ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਅਦਲੀ ਕੇ ਸੰਗ ਮੈਂ ਕਰ ਚੌਂਪ ਬਿਸਾਲੀ, ਗਮਨਿਓ ਆਪਣੇ ਗ੍ਰਾਮ ਨਾਨਕੇ ਜੋ ਸਿਰਹਾਲੀ। ਜਬ ਕਬ ਰੁਚ ਉਪਜੈ ਹਿਰਦੈ ਗਮਨੋ ਹਿਤ ਚੋਰੀ, ਰੰਕਨ ਕੋ ਪਿਖ ਦੇਤ ਭਾ ਉਰ ਗੁਰ ਪਗ ਡੋਰੀ। ਪੁਨ ਅਦਲੀ ਕੇ ਸੰਗ ਮੈਂ ਕਰ ਚੌਂਪ ਬਿਸਾਲੀ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਹੋ। ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਦੀਦਾਰ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਕਿਰਪਾ ਦਇਆ ਹੋਈ ਹੈ। ਲੜੀਵਾਰ ਇਤਿਹਾਸ ਦੀ ਕਥਾ
ਛੇਵੇਂ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਪਹਿਲਾਂ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਨੀਆ ਨੂੰ ਤਾਰ ਰਹੇ ਹਨ। ਮਹਾਂਪੁਰਖਾਂ ਦਾ, ਰੱਬ ਦੇ ਪਿਆਰਿਆਂ ਦਾ ਤੇ ਵੱਡੇ ਸਮਰੱਥਾਵਾਨ ਸਤਿਗੁਰੂ ਜੀ ਦਾ ਸੰਸਾਰ ਦੇ ਉੱਤੇ ਆਉਣਾ ਆਮ ਜੀਵਾਂ ਦੇ ਆਉਣ ਵਰਗਾ ਨਹੀਂ ਹੁੰਦਾ। ਸਾਧ ਸੰਗਤ ਜੀ, ਹਜ਼ੂਰ ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਹਨ। ਮਹਾਰਾਜ ਕਹਿੰਦੇ ਹਨ, ਇਹ ਭਲਾ ਕਰਨ ਲਈ ਦੁਨੀਆ ਦੇ ਵਿੱਚ ਆਉਂਦੇ ਹਨ, ਪਰ ਉਪਕਾਰ ਨਿਤ ਚਿਤਵਤੇ। ਹਰ ਸਮੇਂ ਦੁਨੀਆ ਦਾ ਭਲਾ ਕਿਵੇਂ ਹੋਵੇ, ਇਹ ਸੋਚ ਵਿੱਚ ਮਹਾਰਾਜ ਗਰੀਬ ਨਵਾਜ ਰਹਿੰਦੇ ਹਨ। ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੁਭਾਏਮਾਨ ਹਨ। ਬੜੀਆਂ ਸੰਗਤਾਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਮਾਤਾਵਾਂ, ਮਾਤਾ ਜੀ ਮਾਤਾ ਨਾਨਕੀ ਜੀ ਤੇ ਮਾਤਾ ਜੀ ਮਾਤਾ ਮਰਵਾਹੀ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਨ ਤੇ ਮਹਾਰਾਜ ਜੀ ਨੂੰ ਸਾਰਾ ਜੰਗ ਦਾ ਕਾਰਨ ਪੁੱਛਦੇ ਹਨ। ਮਹਾਰਾਜ ਜੀ ਨੇ ਦੱਸਿਆ ਵੀ ਕਿਵੇਂ ਗੁਰੂ ਦੀਆਂ ਸੰਗਤਾਂ ਦੇ ਜਿਹੜੇ ਘੋੜੇ ਸਨ ਉਹ ਬਾਬਾ ਬਿਧੀ ਚੰਦ ਜੀ ਸ਼ਾਹਜਹਾਂ ਦੇ ਕੋਲੋਂ ਲੈ ਕੇ ਆਏ। ਮਾਤਾਵਾਂ ਦੇ ਮਨ ਵਿੱਚ ਬੜੀ ਰੁਚੀ ਜਾਗੀ। ਸੁਣਿਆ ਸੀ ਵੀ ਬਾਬਾ ਬਿਧੀ ਚੰਦ ਜੀ ਪਹਿਲਾਂ ਵੀ ਚੋਰੀ ਕਰਦੇ ਰਹੇ ਸਨ ਜੀ। ਮਾਤਾਵਾਂ ਕਹਿਣ ਲੱਗੇ, ਮਹਾਰਾਜ ਅਸੀਂ ਪ੍ਰਸੰਗ ਸੁਣਨਾ, ਕਿਵੇਂ ਚੋਰੀ ਕੀਤੀ ਸਾਰੀ। ਵੇਖੋ ਚੋਰੀ ਵਿੱਚ ਵੀ ਬੜਾ ਫਰਕ ਹੁੰਦਾ ਜੀ। ਹਾਂਜੀ, ਜਦੋਂ ਤੁਸੀਂ ਅੱਜ ਦੀ ਕਥਾ ਸੁਣੋਗੇ ਤੇ ਪਤਾ ਲੱਗ ਜਾਏਗਾ ਜੀ। ਸੱਚ ਬੋਲਣ ਵਿੱਚ ਤੇ ਝੂਠ ਬੋਲਣ ਵਿੱਚ ਵੀ ਬੜਾ ਫਰਕ ਹੁੰਦਾ ਹੈ ਜੀ। ਗਿਆਨਵਾਨ ਬੰਦਾ ਜੋ ਵੀ ਕਰਦਾ ਹੈ ਨਾ ਜੀ, ਉਹਦੇ ਵਿੱਚ ਭਲਾ ਹੁੰਦਾ ਹੈ ਜੀ। ਅਗਿਆਨੀ ਬੰਦਾ ਭਾਵੇਂ ਸੱਚ ਵੀ ਬੋਲੇ ਨਾ ਜੀ, ਉਹਦੇ ਵਿੱਚ ਕਈ ਵਾਰੀ ਦੁੱਖ ਨਿਕਲ ਜਾਂਦਾ ਹੈ ਜੀ। ਇਹ ਬੜੇ ਸਮਝਣ ਵਾਲੀਆਂ ਗੱਲਾਂ ਨੇ। ਕਈ ਵਾਰੀ ਇਹਨਾਂ ਗੱਲਾਂ ਦਾ ਨਾ ਪਤਾ ਹੋਣ ਕਰਕੇ ਬੰਦਾ ਐਵੇਂ ਹੀ ਦੁਖੀ ਹੋਈ ਜਾਂਦਾ ਜੀ, ਐਵੇਂ ਦੁਖੀ ਹੋਈ ਜਾਂਦਾ। ਮਾਤਾਵਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਕੋਲ ਸੱਦ ਕੇ ਗੁਰੂ ਜੀ ਦੇ ਕਹਿਣ ਦੇ ਉੱਤੇ ਸਾਰੀ ਗੱਲ ਪੁੱਛੀ। ਬਾਬਾ ਜੀ ਨੇ ਫਿਰ ਉਹ ਮੱਝਾਂ ਚੋਰੀ ਕਰਨ ਵਾਲੀ ਗੱਲ ਸੁਣਾਈ ਜੀ, ਵੀ ਕਿਵੇਂ ਮੱਝਾਂ ਚੋਰੀ ਕੀਤੀਆਂ। ਉਹ ਪਿੰਡ ਵਾਲੇ ਉਹਨਾਂ ਦੇ ਮਗਰ ਲੱਗ ਗਏ ਤੇ ਬਾਬਾ ਜੀ ਨੇ ਮੱਝਾਂ ਛੱਪੜ ਵਿੱਚ ਵਾੜ ਦਿੱਤੀਆਂ ਤੇ ਆਪ ਬਾਬਾ ਅਦਲੀ ਜੀ ਦੇ ਕੋਲ ਪਹੁੰਚ ਗਏ ਜੀ। ਬਾਬਾ ਅਦਲੀ ਜੀ ਨੇ ਕਿਹਾ ਵੀ ਜੇ ਤੂੰ ਪਿੰਡ ਵਾਲਿਆਂ ਤੋਂ ਬਚਣਾ ਤੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰ। ਬਾਬਾ ਬਿਧੀ ਚੰਦ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਨ ਲੱਗ ਪਏ। ਪਿੰਡ ਵਾਲੇ ਵੀ ਚਲੇ ਗਏ ਤੇ ਮੱਝਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਵੀ ਰੰਗ ਬਦਲ ਗਿਆ ਜੀ। ਉਹ ਕਥਾ ਜਿਹੜੀ ਉਹ ਤੁਸੀਂ ਸੁਣੀ। ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਉਦੋਂ ਫਿਰ ਮੈਂ ਬਾਬਾ ਅਦਲੀ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ। ਜਦੋਂ ਮੈਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਗੁਰੂ ਜੀ ਨੇ ਮੇਰੇ ਉੱਤੇ ਕਿਰਪਾ ਕੀਤੀ। ਪਹਿਲੀ ਵਾਰੀ ਆਉਣ ਵਿੱਚ ਮੈਨੂੰ ਆਪਣਾ ਬਣਾ ਲਿਆ ਜੀ। ਸੰਗਤ ਜੀ, ਇਹ ਕਿਰਪਾ ਐਵੇਂ ਨਹੀਂ ਹੁੰਦੀ। ਜਨਮਾਂ ਜਨਮਾਂ ਦੇ ਚੰਗੇ ਕੀਤੇ ਹੋਏ ਕੰਮ ਦੇ ਫਲ ਜਦੋਂ ਸਾਹਮਣੇ ਆਉਂਦਾ ਨਾ ਜੀ, ਫਿਰ ਇਹ ਕਿਰਪਾ ਦਇਆ ਰਹਿਮਤ ਵਰਤਦੀ ਹੈ। ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਕਿਵੇਂ ਫਿਰ ਅੱਗੋਂ ਹੋਰ ਪ੍ਰਸੰਗ ਸੁਣਾਉਂਦੇ ਆ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੇ ਹਨ। ਬਾਬਾ ਜੀ ਨੇ ਦੱਸਿਆ, ਮਾਤਾ ਜੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ, ਜਦੋਂ ਮੈਂ ਮਹਾਰਾਜ ਜੀ ਦੇ ਚਰਨਾਂ 'ਚ ਆਇਆ, ਗੁਰੂ ਅਰਜਨ ਸਾਹਿਬ ਕਹਿੰਦੇ ਚੋਰੀ ਨਹੀਂ ਕਰਨੀ। ਕਹਿੰਦੇ ਮਹਾਰਾਜ ਮੈਂ ਚੋਰੀ ਕਰਨੀ ਛੱਡ ਨਹੀਂ ਸਕਦਾ, ਸੁਭਾਅ ਬਣ ਜਾਂਦਾ ਜੀ, ਮੈਂ ਚੋਰੀ ਕਰਨੀ ਛੱਡ ਨਹੀਂ ਸਕਦਾ। ਤੇ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ, ਫਿਰ ਚੰਗਾ, ਫਿਰ ਲੋਕਾਂ ਦੀਆਂ ਚੋਰੀਆਂ ਵਿੱਚ ਤੇ ਤੇਰੀ ਕੀਤੀ ਹੋਈ ਚੋਰੀ ਵਿੱਚ ਫਰਕ ਹੋਏਗਾ। ਤੇਰੀ ਕੀਤੀ ਹੋਈ ਚੋਰੀ ਵਿੱਚ ਭਲਾ ਹੋਵੇਗਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਚੇਤਾ ਰੱਖਿਓ, ਜਿਹੜਾ ਕਿਸੇ ਨੂੰ ਦੁੱਖ ਦਿੰਦਾ, ਕਿਸੇ ਦੇ ਧੱਕੇ ਨਾਲ ਪੈਸੇ ਖੋਹ ਲੈਂਦਾ, ਕਿਸੇ ਨੇ ਬੜੀ ਮਿਹਨਤ ਨਾਲ ਕਮਾਏ ਆ ਤੇ ਉਹ ਚੋਰੀ ਕਰ ਲੈਂਦਾ ਜਾਂ ਠੱਗੀ ਮਾਰਦਾ ਜੀ। ਅੱਜ ਕੱਲ੍ਹ ਠੱਗੀਆਂ ਬੜੇ ਕਿਸਮ ਦੀਆਂ ਨੇ ਜੀ। ਉਸ ਦਿਨ ਪਰਸੋਂ ਵੀ ਬੇਨਤੀ ਕੀਤੀ ਸੀਗੀ, ਧਾਰਮਿਕ ਬੰਦੇ ਵੀ ਠੱਗੀ ਮਾਰਨੋਂ ਨਹੀਂ ਹਟਦੇ ਜੀ।
ਧਾਰਮਿਕ ਬੰਦੇ ਵੀ ਠੱਗੀ ਮਾਰ ਲੈਂਦੇ ਆ, ਤੇ ਬੈਂਕਾਂ ਦੇ ਵਿੱਚ ਵੀ ਕਈ ਗਲਤ ਬੰਦੇ ਅਕਾਊਂਟ ਮੰਗ ਕੇ ਕਿਸੇ ਨਾਲ ਠੱਗੀ ਮਾਰ ਲੈਂਦੇ, ਹੇਰਾ ਫੇਰੀ ਕਰ ਲੈਂਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਬੈਠੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਮਹਾਰਾਜ ਜਿਹੜੇ ਠੱਗੀਆਂ ਮਾਰਦੇ ਆ, ਜਿਹੜੇ ਚੋਰੀਆਂ ਕਰਦੇ ਆ, ਉਹਨਾਂ ਦਾ ਕੀ ਬਣਦਾ? ਜਿਹੜੇ ਕਿਸੇ ਨੂੰ ਦੁੱਖ ਦਿੰਦੇ ਚੋਰੀ ਕਰਕੇ, ਮਹਾਰਾਜ ਕਹਿੰਦੇ ਸੁਣ ਲਓ, ਚੋਰ ਕੀ ਹਾਮਾ ਭਰੇ ਨਾ ਕੋਏ। ਪਤਾ ਲੱਗ ਗਿਆ ਜੀ, ਸੱਚੇ ਬੰਦੇ ਦੇ ਨਾਲ ਤੇ ਸਾਰੀ ਦੁਨੀਆ ਹੀ ਤੁਰੀ ਫਿਰਦੀ ਜੀ, ਤੇ ਪਤਾ ਲੱਗ ਜੇ ਸਹੀ ਵੀ ਇਸ ਬੰਦੇ ਦਾ ਦੋਸ਼ ਸਾਬਤ ਹੋ ਗਿਆ, ਉਸੇ ਵੇਲੇ ਹੀ ਸਾਧ ਸੰਗਤ ਜੀ ਲੋਕ ਉਹਦੇ ਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਜੀ। ਚੰਗੇ ਭਲੇ ਲੋਕ ਵੀ ਉਹਦੇ ਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਜੀ। ਤੇ ਬਾਣੀ ਦੇ ਵਿੱਚ ਲਿਖਿਆ ਤੇ ਚੋਰ ਦੀ ਹਾਮੀ ਗੁਰੂ ਪੀਰ ਵੀ ਨਹੀਂ ਭਰਦੇ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦਾ ਅਰਥ ਇੱਥੇ ਚੋਰੀ ਹੋ ਗਿਆ ਜੀ, ਵੀ ਚੋਰੀ ਕੀਤੀ ਫਿਰ ਚੰਗੀ ਨਹੀਂ ਹੋ ਸਕਦੀ ਜੀ। ਜਿਹੜਾ ਪਹਿਲਾ ਚੋਰ ਲਿਖਿਆ ਨਾ, ਚੋਰ ਕੀ ਹਾਮਾ ਭਰੇ ਨਾ ਕੋਏ, ਉਹ ਲਿਖਿਆ ਚੱਚੇ ਹੋੜਾ ਤੇ ਰਾਰਾ, ਉਹਦਾ ਅਰਥ ਹੈਗਾ ਵਿਅਕਤੀ ਚੋਰ। ਤੇ ਜਿਹੜਾ ਦੂਜਾ ਜੀ ਚੋਰ ਲਿਖਿਆ, ਉਹਦੇ ਵਿੱਚ ਚੱਚੇ ਹੋੜਾ ਤੇ ਰਾੜੇ ਔਂਕੜ ਪਾਈ ਹੈ ਜੀ। ਉਹਦਾ ਮਤਲਬ ਹੈਗਾ ਚੋਰੀ। ਚੋਰੀ ਕੀਤੀ ਚੰਗੀ ਨਹੀਂ ਹੈਗੀ ਜੀ, ਪਰ ਉਹ ਵਾਲੀ ਜਿਹੜੀ ਕਿਸੇ ਨੂੰ ਦੁੱਖ ਦਿੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਦੁੱਖ ਦਿੰਦੀ, ਠੱਗਾ, ਝੂਠ, ਫਰੇਬ, ਬੰਦਾ ਪੈਸੇ ਲਈ ਕਰਦਾ ਨਾ ਜੀ ਸਾਰਾ ਕੁਛ। ਹੁਣ ਬਾਬਾ ਬਿਧੀ ਚੰਦ ਜੀ ਨੇ ਕੀਤੀ ਤੇ ਚੋਰੀ ਹੈ, ਹਾਂਜੀ, ਪਰ ਚੋਰੀ ਵਿੱਚ ਵੀ ਭਲਾ ਹੋ ਗਿਆ ਜੀ। ਆ ਬੱਚੀ ਨੂੰ ਚੁੱਪ ਕਰਾਓ। ਆਖੋ ਸ੍ਰੀ ਵਾਹਿਗੁਰੂ। ਚੋਰੀ ਵਿੱਚ ਵੀ ਭਲਾ ਹੋ ਗਿਆ ਜੀ। ਹੁਣ ਉਹ ਅੱਜ ਕਥਾ ਆਏਗੀ, ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰ ਰਹੀ ਹਾਂ। ਗੁਰਸਿੱਖ ਜਿਹੜੇ ਆ ਨਾ, ਸਾਰਿਆਂ ਦਾ ਭਲਾ ਸੋਚਦੇ ਆ ਜੀ। ਬੜੇ ਪਿਆਰ ਦੇ ਨਾਲ ਸਾਰੇ ਕਥਾ ਸੁਣੋ। ਬਾਬਾ ਜੀ ਮਾਤਾ ਨਾਨਕੀ ਜੀ ਨੂੰ ਤੇ ਮਾਤਾ ਮਰਵਾਹੀ ਜੀ ਨੂੰ ਦੱਸ ਰਹੇ ਆ ਵੀ ਮੈਂ ਕਿਵੇਂ ਕਿਵੇਂ ਚੋਰੀਆਂ ਕਰਦਾ ਰਿਹਾ ਜੀ, ਮੈਂ ਕਿਵੇਂ ਕਿਵੇਂ ਚੋਰੀਆਂ ਕਰਦਾ ਰਿਹਾ। ਇਹ ਬਾਬਾ ਬਿਧੀ ਚੰਦ ਜੀ ਦੱਸ ਰਹੇ ਹਨ। ਆਪਾਂ ਸਾਰਿਆਂ ਨੇ ਪਿਆਰ ਨਾਲ ਸੁਣਨਾ। ਗੱਜ ਕੇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁੰਨ ਅਦਲੀ ਕੇ ਸੰਗ ਮੈਂ ਕਰ ਚੌਂਪ ਵਿਸਾਲੀ। ਮਾਤਾ ਜੀ ਨੂੰ ਬਾਬਾ ਜੀ ਕਹਿ ਰਹੇ ਹਨ, ਮਾਤਾ ਜੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਚੱਲ ਕੋਈ ਨਹੀਂ, ਜੇ ਤੂੰ ਚੋਰੀ ਕਰਨੀ ਛੱਡ ਨਹੀਂ ਨਾ ਸਕਦਾ ਤੇ ਤੇਰੀ ਚੋਰੀ ਵਿੱਚ ਵੀ ਭਲਾ ਹੋਵੇਗਾ ਜੀ। ਇੱਥੇ ਇੱਕ ਪੁਆਇੰਟ ਹੈਗਾ ਜੀ, ਇੱਕ ਸਿੱਖਿਆ ਹੈਗੀ ਹੈ, ਉਹ ਸੁਣਿਓ। ਐਵੇਂ ਨਾ ਆਖੀ ਜਾਓ ਵੀ ਮੇਰੇ ਵਿੱਚ ਕੋਈ ਔਗੁਣ ਨਹੀਂ ਹੈਗਾ, ਮੇਰੇ ਵਿੱਚ ਕੋਈ ਔਗੁਣ ਨਹੀਂ ਹੈਗਾ, ਮੈਂ ਬੜਾ ਚੰਗਾ ਹੈਗਾ। ਨਹੀਂ ਸੰਗਤ ਜੀ, ਜੇ ਸਾਡੇ ਵਿੱਚ ਕੋਈ ਨੁਕਸ ਹੈਗਾ, ਕੋਈ ਕਮੀ ਹੈ, ਕੋਈ ਔਗੁਣ ਹੈ, ਤੇ ਬੰਦਾ ਸਤਿਗੁਰੂ ਜੀ ਨੂੰ ਬੋਲ ਕੇ ਦੱਸੇ, ਉਹਦਾ ਵੀ ਕੋਈ ਨਾ ਕੋਈ ਮਸਲਾ ਹੱਲ ਹੋ ਜਾਏਗਾ ਜੀ। ਬਾਬਾ ਜੀ ਨੇ ਸਿੱਧੀ ਗੱਲ ਕਹੀ ਵੀ ਮਹਾਰਾਜ ਮੈਂ ਨਹੀਂ ਛੱਡ ਸਕਦਾ। ਮਹਾਰਾਜ ਨੇ ਮਸਲਾ ਹੱਲ ਕਰਤਾ। ਮਹਾਰਾਜ ਕਹਿੰਦੇ ਕੋਈ ਨਹੀਂ, ਤੇਰੀ ਚੋਰੀ ਨਾਲ ਵੀ ਭਲਾ ਹੋਏਗਾ ਦੂਜਿਆਂ ਦਾ ਜੀ। ਕਹਿੰਦੇ ਮਹਾਰਾਜ ਕੋਲੋਂ ਮੈਂ ਇਹ ਬਚਨ ਸੁਣ ਕੇ ਤੇ ਫਿਰ ਬਾਬਾ ਅਦਲੀ ਜੀ ਦੇ ਨਾਲ ਆਪਣੇ ਘਰ ਚਲੇ ਗਿਆ। ਗਮਨਿਓ ਆਪਣੇ ਨਾਨਕੇ ਗ੍ਰਾਮ ਜੋ ਸਰਹਾਲੀ। ਕਹਿੰਦੇ ਮੈਂ ਆਪਣੇ ਨਾਨਕੇ ਚਲੇ ਗਿਆ। ਬਾਬਾ ਜੀ ਦੇ ਨਾਨਕਾ ਪਿੰਡ ਸੀਗਾ ਸਰਹਾਲੀ ਪਿੰਡ ਜੀ, ਹਾਂਜੀ। ਜਬ ਕਬ ਰੁਚ ਉਪਜੈ ਹਿਰਦੈ ਗਮਨੋ ਹਿਤ ਚੋਰੀ। ਤੇ ਜਦੋਂ ਕਿਤੇ ਮੈਨੂੰ ਲੋੜ ਪੈਣੀ, ਕਿਤੇ ਮਹਿਸੂਸ ਹੋਣਾ ਕੋਈ ਇਹੋ ਜਿਹਾ ਕੰਮ ਬਣਨਾ, ਮੈਂ ਚੋਰੀ ਕਰਨ ਵੀ ਚਲੇ ਜਾਣੀ। ਕਹਿੰਦੇ ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਆਪ ਬੋਲ ਕੇ ਬਾਬਾ ਜੀ ਦੱਸ ਰਹੇ ਨੇ, ਹਾਂਜੀ। ਰੰਕਨ ਕੋ ਪਿਖ ਦੇਤ ਭਾ ਔਰ ਗੁਰ ਪਗ ਡੋਰੀ। ਪਰ ਚੋਰੀ ਦਾ ਪੈਸਾ ਕਦੀ ਮੈਂ ਆਪਣੇ ਘਰ ਨਹੀਂ ਸੀ ਲੈ ਕੇ ਆਇਆ। ਗਰੀਬਾਂ ਦੇ ਵਿੱਚ ਵੰਡ ਦੇਣਾ, ਗਰੀਬਾਂ ਦੇ ਵਿੱਚ ਵੰਡ ਦੇਣਾ,
ਤੇ ਮੈਂ ਤੇ ਚੋਰੀ ਕਰਦਾ ਵੀ ਮਹਾਰਾਜ ਨੂੰ ਯਾਦ ਕਰਦਾ ਹੁੰਦਾ ਹਾਂ। ਕਹਿੰਦੇ ਚੋਰੀ ਕਰਦਾ ਹੋਇਆ ਵੀ ਮਹਾਰਾਜ ਨੂੰ ਯਾਦ ਕਰਦਾ ਰਹਿਣਾ ਸਾਂ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਇਹਦਾ ਮਤਲਬ ਇਹ ਨਹੀਂ ਹੈਗਾ ਹੁਣ ਸਾਰੇ ਤੇ ਬਾਬਾ ਬਿਧੀ ਚੰਦ ਨਹੀਂ ਨਾ ਬਣ ਸਕਦੇ ਜੀ, ਤੇ ਕਥਾ ਸੁਣ ਕੇ ਸ਼ੁਰੂ ਹੋ ਜਾਓ ਚੋਰੀ ਕਰਨੀ ਵੀ ਬਾਬਾ ਜੀ ਵੀ ਤੇ ਕਰਦੇ ਰਹੇ ਆ। ਨਹੀਂ, ਸਾਰੇ ਬਾਬਾ ਬਿਧੀ ਚੰਦ ਜੀ ਨਹੀਂ ਬਣ ਸਕਦੇ ਜੀ। ਸੁਣਿਓ, ਸਾਖੀ ਸੁਣੋਗੇ ਗੱਲ ਕਲੀਅਰ ਹੋਏਗੀ। ਹਾਂਜੀ। ਇੱਕ ਦਿਨ ਮੈਂ ਬੈਠਿਓ ਤੋ ਆਈ ਦਿਜ ਨਾਰੀ। ਕਹਿੰਦੇ ਮਾਤਾ ਜੀ, ਇੱਕ ਦਿਨ ਮੈਂ ਆਪਣੇ ਪਿੰਡ 'ਚ ਬੈਠਾ ਸਾਂ, ਇੱਕ ਬ੍ਰਾਹਮਣ ਦੀ ਇਸਤਰੀ ਮੇਰੇ ਕੋਲ ਆਈ। ਹਾਂਜੀ। ਕਹਿਤ ਭਈ ਨਿਜ ਬਾਰਤਾ ਚਿਤ ਅਧਿਕ ਦੁਖਾਰੀ। ਉਹ ਬੜੀ ਦੁਖੀ ਸੀਗੀ, ਬਹੁਤ ਦੁਖੀ ਸੀ। ਦੁਖੀ ਹੋਈ ਮੈਨੂੰ ਕਹਿਣ ਲੱਗੀ, ਸੁਨਹੁ ਬਿਧੀ ਚੰਦ ਮੈਂ ਸੁਨਿਓ ਤੁਮਰੋ ਜਸ ਆਛੋ। ਕਹਿਣ ਲੱਗੀ ਬਿਧੀ ਚੰਦ ਸੁਣ, ਮੇਰੀ ਗੱਲ ਸੁਣ, ਮੈਂ ਤੇਰੀ ਬੜੀ ਸਿਫਤ ਸੁਣੀ ਹੈ ਵੀ ਤੂੰ ਦੂਜਿਆਂ ਦੀ ਮਦਦ ਬੜੀ ਕਰਦਾ ਹੈ। ਹਾਂਜੀ। ਦੀਨਨ ਪਰ ਉਪਕਾਰ ਕੋ ਕਰਬੇ ਨਿਤ ਬਾਂਛੋ। ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦਾ ਵੀ ਤੂੰ ਦੂਜੇ ਦਾ ਭਲਾ ਹੋ ਜਾਵੇ। ਮੈਂ ਸੁਣਿਆ ਬਿਧੀ ਚੰਦ। ਹਾਂਜੀ। ਦਾਰਿਦ ਹਮਰੇ ਬਦਨ ਬਹੋ ਨਹਿ ਪਾਏ ਆਹਾਰਾ। ਕਹਿਣ ਲੱਗੀ ਮੈਂ ਬ੍ਰਾਹਮਣ ਦੀ ਇਸਤਰੀ ਤੇ ਪਤੀ ਮੇਰਾ ਮੇਰੇ ਸਿਰ ਤੇ ਨਹੀਂ ਹੈਗਾ, ਗਰੀਬ ਆ ਬਹੁਤ, ਸਾਡੇ ਘਰ ਗਰੀਬੀ ਬਹੁਤ ਹੈ, ਤੇ ਸਾਡੇ ਘਰ ਗਰੀਬੀ ਦਾ ਦੁੱਖ ਬੜੀ ਬੁਰੀ ਤਰ੍ਹਾਂ ਫੈਲਿਆ ਹੋਇਆ। ਹਾਂਜੀ। ਬਸਨ ਆਦ ਤੇ ਥੁਰ ਗਏ ਅਤ ਮੰਦ ਗੁਜ਼ਾਰਾ। ਇੱਥੋਂ ਤੱਕ ਕਈ ਵਾਰੀ ਸਾਨੂੰ ਛਕਣ ਨੂੰ ਰੋਟੀ ਵੀ ਨਹੀਂ ਮਿਲਦੀ, ਇਹ ਸਾਡਾ ਗੁਜ਼ਾਰਾ ਹੈ। ਹਾਂਜੀ। ਸੁਤਾ ਕੁਮਾਰੀ ਉਚਿਤ ਬਰ ਦੇਖੇ ਦੁਖ ਪਾਵੈ। ਤੇ ਮੇਰੇ ਘਰ ਵਿੱਚ ਧੀ ਹੈ, ਮੇਰੀ ਧੀ ਹੈ ਜਿਹੜੀ ਵਿਆਹੁਣ ਜੇ ਯੋਗ ਹੈਗੀ ਹੈ, ਤੇ ਵੇਖਿਓ ਚੇਤਾ ਰੱਖਿਓ, ਜਵਾਨ ਬੱਚੀ ਮਾਂ ਪਿਓ ਦੇ ਸਿਰਹਾਣੇ ਬੈਠੀ ਹੋਵੇ ਨਾ ਜੀ, ਸਿਆਣੇ ਮਾਂ ਪਿਓ ਨੂੰ ਚੈਨ ਨਹੀਂ ਆਉਂਦਾ। ਉਹਨਾਂ ਨੂੰ ਹੁੰਦਾ ਵੀ ਇਹਨੂੰ ਵਿਆਹ ਦੀਏ, ਸਮਾਂ ਹੋ ਗਿਆ। ਉਹ ਕਹਿਣ ਲੱਗੀ ਜੀ ਤੇ ਮੇਰਾ ਕਰਦਾ ਵੀ ਬੱਚੀ ਦੇ ਹੱਥ ਪੀਲੇ ਕਰਦਿਆਂ ਇਹਨੂੰ ਵਿਆਹ ਦਿਆਂ, ਪਰ ਅਸੀਂ ਤੇ ਆਪ ਹੀ ਨਹੀਂ ਰੋਟੀ ਖਾਂਦੇ ਤੇ ਵਿਆਹ ਕਿਵੇਂ ਕਰਾਂਗੇ। ਹਾਂਜੀ। ਹੋਤ ਆਹਾਰ ਨਾ ਪ੍ਰਾਪਤੀ ਦੂਸਰ ਦਿਨ ਖਾਵੈ। ਕਈ ਵਾਰੀ ਦੂਜੇ ਦਿਨ ਪ੍ਰਸ਼ਾਦਾ ਛਕਦੇ, ਦੂਜੇ ਦਿਨ। ਸਾਡੇ ਘਰ ਤਾਂ ਰੋਟੀ ਨਹੀਂ ਪੱਕਦੀ ਤੇ ਵਿਆਹ ਕਿਵੇਂ ਕਰਾਂਗੇ ਬੱਚੀ ਦਾ। ਨਿਸ ਦਿਨ ਚਿੰਤਾ ਮੈਂ ਬਿਤ ਹੈ ਹੋਤ ਨਾ ਉਪਚਾਰਾ। ਦਿਨ ਰਾਤ ਚਿੰਤਾ ਵਿੱਚ ਹੀ ਰਹਿੰਦੇ ਆ। ਚਿੰਤਾ ਬੜਾ ਵੱਡਾ ਰੋਗ ਹੈ। ਆਖੋ ਵਾਹਿਗੁਰੂ। ਹਾਂਜੀ, ਚਿੰਤਾ ਬੜਾ ਵੱਡਾ ਰੋਗ ਹੈ। ਵਾਹਿਗੁਰੂ ਕਿਸੇ ਨੂੰ ਨਾ ਲਾਵੇ ਜੀ, ਸਭ ਨੂੰ ਬਚਾਵੇ ਮਹਾਰਾਜ ਚਿੰਤਾ ਦੇ ਰੋਗ ਤੋਂ। ਕਹਿਣ ਲੱਗੀ ਮੈਂ ਬੜੀ ਚਿੰਤਾ ਵਿੱਚ ਹਾਂ। ਹਾਂਜੀ। ਜਿਸ ਤੇ ਵਿਆਹੋਂ ਸੁਤਾ ਨਿਜ ਦੇਤ ਨੈ ਆਹਾਰਾ। ਫਿਰ ਪੜਿਓ। ਜਿਸ ਤੇ ਵਿਆਹੋਂ ਸੁਤਾ ਨਿਜ ਦੇਤ ਨੈ ਆਹਾਰਾ। ਜਿਹਦੇ ਨਾਲ ਵੀ ਬੱਚੀ ਵਿਆਹਾਂਗੀ, ਵਿਆਹ ਕਰਾਂਗੀ, ਆਏ ਨੂੰ ਭੋਜਨ ਤੇ ਛਕਾਉਣਾ ਹੀ ਪਏਗਾ ਨਾ। ਤੇ ਅਸੀਂ ਤੇ ਮਾਵਾਂ ਧੀਆਂ ਮਹਾ ਛਕਦੀਆਂ। ਮਤਲਬ ਕਿੰਨੀ ਜ਼ਿਆਦਾ ਉਹ ਗਰੀਬ ਹੋਏਗੀ, ਤੁਸੀਂ ਅੰਦਾਜ਼ਾ ਲਾਓ ਜੀ, ਵੀ ਪ੍ਰਸ਼ਾਦਾ ਹੀ ਨਹੀਂ ਮਿਲਦਾ ਛਕਣ ਨੂੰ। ਹਾਂਜੀ। ਸੁਨ ਬੂਝੀ ਕਹੋ ਸਾਚ ਅਬ ਕੇ ਤੇ ਧਨ ਲੈ ਕੈ। ਹਾਂਜੀ। ਕਾਰਜ ਕੋ ਪੂਰਾ ਕਰੈ ਸਭ ਕੋ ਹਰਖੈ ਕੈ। ਬਾਬਾ ਬਿਧੀ ਚੰਦ ਨਾ ਜੀ ਉਸ ਬੀਬੀ ਨੂੰ ਪੁੱਛਣ ਲੱਗੇ ਵੀ ਫਿਰ ਇਹ ਦੱਸ ਵੀ ਤੈਨੂੰ ਕਿੰਨੀ ਕੁ ਮਾਇਆ ਚਾਹੀਦੀ ਹੈ ਜਿਹਦੇ ਵਿੱਚ ਤੇਰਾ ਸਾਰਾ ਕੰਮ ਵਧੀਆ ਹੋ ਜਾਏਗਾ, ਗੁਜ਼ਾਰਾ ਵਧੀਆ ਹੋ ਜਾਏਗਾ। ਕਿੰਨੀ ਕੁ ਮਾਇਆ ਚਾਹੀਦੀ ਹੈ। ਹਾਂਜੀ। ਸਰਬ ਸੋ ਵਿਆਹ ਸਮਾਜ ਕੋ ਕਰ ਪੂਰਨ ਆਛੇ। ਵੀ ਤੂੰ ਪ੍ਰਸ਼ਾਦਾ ਵੀ ਛਕਾ ਲੈ, ਵਸਤੂਆਂ ਵੀ ਦੇ ਦੇ, ਦੱਸ ਕਿੰਨੀ ਮਾਇਆ ਵਿੱਚ ਕੰਮ ਵਧੀਆ ਹੋ ਜਾਏਗਾ। ਕਿਤਕ ਦਰਬ ਤੇ ਹੋਏ ਗੋ ਕਹੋ ਚਿਤ ਕੀ ਬਾਛੈ। ਵਿਚਾਰ ਕਰਕੇ ਦੱਸ ਵੀ ਤੈਨੂੰ ਕਿੰਨੀ ਮਾਇਆ ਦੀ ਜ਼ਰੂਰਤ ਹੈਗੀ ਹੈ। ਸਾਰੀ ਗੱਲ ਖੋਲ ਕੇ ਦੱਸ ਮੈਨੂੰ। ਦਿਜ ਬਨਤਾ ਬੋਲੀ ਤਬ ਹੈ ਪੰਚ ਸੈ ਧਨ ਪਾਉ। ਗੱਜ ਕੇ ਆਖੋ ਵਾਹਿਗੁਰੂ। ਤੇ ਉਹ ਫਿਰ ਬ੍ਰਾਹਮਣ ਇਸਤਰੀ ਕਹਿਣ ਲੱਗੀ ਕਿ 500 ਰੁਪਈਆ ਚਾਹੀਦਾ ਜੀ।
ਇਹਦਾ ਮਤਲਬ ਵੀ 500 ਰੁਪਏ ਜਦੋਂ ਵਿਆਹ ਹੋ ਜਾਂਦਾ ਸੀਗਾ ਜੀ, ਤੇ ਮਹਾਰਾਜ 500 ਰੁਪਏ ਦੀ ਦੇਗ ਵੈਸੇ ਹੀ ਕਰਾ ਦਿੰਦੇ ਹੁੰਦੇ ਸੀਗੇ ਜੀ, ਕੜਾ ਪ੍ਰਸ਼ਾਦ। ਹਾਂਜੀ, ਕਹਿਣ ਲੱਗੀ ਵੀ ਜੇ 500 ਰੁਪਈਆ ਹੋਵੇ ਨਾ ਤੇ ਫਿਰ ਵਧੀਆ ਗੁਜ਼ਾਰਾ ਹੋ ਜਾਏਗਾ। ਹਾਂਜੀ, ਮਹਾ ਫਰਾਗਤ ਸਾਥ ਮੈਂ ਨਿਜ ਸੁਤਾ ਉਠਾਊ। ਤੇ ਮੈਂ ਬੜੀ ਖੁਸ਼ੀ ਦੇ ਨਾਲ, ਖੁੱਲ ਦਿਲੀ ਦੇ ਨਾਲ ਆਪਣੀ ਧੀ ਆਪਣੇ ਘਰੋਂ ਤੋਰਾਂਗੀ। ਬੜਾ ਵੱਡਾ ਸਾਧ ਸੰਗਤ ਜੀ, ਇਹ ਦਾਨ ਹੈਗਾ, ਕੰਨਿਆ ਦਾਨ। ਹਾਂਜੀ, ਸੁਨ ਮੈਂ ਤਿਸ ਕੋ ਤਬ ਕਹਿਓ ਧਨ ਦੇਵੋ ਤੋਹੀ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਮਾਤਾ ਜੀ, ਮੈਂ ਉਹਦੀ ਗੱਲ ਸੁਣ ਕੇ ਉਹਨੂੰ ਇਹ ਕਿਹਾ ਵੀ ਚਿੰਤਾ ਨਾ ਕਰ, ਮਾਇਆ ਦਾ ਪ੍ਰਬੰਧ ਹੋ ਜਾਏਗਾ, ਮੈਂ ਤੈਨੂੰ ਪੈਸੇ ਦੇ ਦਾਂਗਾ। ਅੱਛਾ ਵੇਖ ਲਓ, ਉਹ ਬੀਬੀ ਮੰਗਣ ਆਈ, ਉਹਨੂੰ ਪਤਾ ਵੀ ਬਾਬਾ ਬਿਧੀ ਚੰਦ ਜੀ ਕਿਹੜੇ ਕੋਈ ਸ਼ਾਹੂਕਾਰ ਨੇ, ਇਹ ਤੇ ਚੋਰੀ ਕਰਦੇ ਆ। ਤਾਂ ਉਸ ਸਮੇਂ ਤੇ ਕਦੀ ਕਦੀ ਆਉਂਦੇ ਸੀ, ਪਿੰਡ 'ਚ ਰਹਿੰਦੇ ਸੀਗੇ, ਤੇ ਬਹੁਤੀ ਤੇ ਚੋਰੀ ਕਰਦੇ ਆ। ਸਰਹਾਲੀ ਤਾਂ ਮਹਾਰਾਜ ਦੀ ਕਿਰਪਾ ਨਾਲ ਹੁਣ ਸੈੱਟ ਹੋਇਆ, ਨਹੀਂ ਤਾਂ ਪਹਿਲਾਂ ਸਰਹਾਲੀ ਚੋਰਾਂ ਦੀ ਵੱਜਦੀ ਸੀ, ਸਰਹਾਲੀ ਚੋਰਾਂ ਦੀ। ਉਹਨੂੰ ਪਤਾ ਸੀ ਵੀ ਇਹਨਾਂ ਕੋਲ ਮਾਇਆ ਨਹੀਂ ਹੈ, ਪਰ ਉਹ ਫਿਰ ਬਾਬਾ ਬਿਧੀ ਚੰਦ ਜੀ ਕੋ ਆਈ, ਤੇ ਬਾਬਾ ਜੀ ਕਹਿੰਦੇ ਵੀ ਚਿੰਤਾ ਨਾ ਕਰ, ਪੈਸੇ ਦਾ ਪ੍ਰਬੰਧ ਹੋ ਜਾਏਗਾ। ਦਿਨ ਪੰਚਕ ਮੈਂ ਆਏ ਪੁੰਨ ਮਿਲਿਐ ਇਤ ਮੋਹੀ। 5 ਦਿਨਾਂ ਨੂੰ ਤੂੰ ਆ ਜੀ, ਤੇ ਇੱਥੋਂ ਹੀ ਪੈਸੇ ਲਈ ਮੇਰੇ ਕੋਲੋਂ। ਹਾਂਜੀ, ਹਰਖਤ ਆਪਣੇ ਘਰ ਗਈ ਮੈਂ ਯਤਨ ਵਿਚਾਰਾ। ਬਾਬਾ ਜੀ ਕਹਿੰਦੇ ਵੀ ਉਹ ਖੁਸ਼ੀ ਦੇ ਨਾਲ ਆਪਣੇ ਘਰ ਚਲੇ ਗਈ, ਤੇ ਜਦੋਂ ਘਰ ਗਈ ਨਾ, ਉਹ ਤੇ ਘਰ ਚਲੇ ਗਈ, ਤੇ ਮਾਤਾ ਜੀ ਮੈਂ ਸੋਚਣ ਲੱਗ ਪਿਆ ਵੀ ਮਾਇਆ ਕਿਵੇਂ ਇਕੱਠੀ ਕਰਾਂਗਾ। 500 ਰੁਪਈਆ ਬਹੁਤ ਹੁੰਦਾ ਸੀਗਾ ਜੀ। ਹਾਂਜੀ, ਜਹਾਂਗੀਰ ਕੀ ਬੇਗਮਾ ਸੁਨ ਪੰਥ ਮਝਾਰਾ। ਤੇ ਉਹਨਾਂ ਦਿਨਾਂ 'ਚ ਮੈਂ ਸੁਣਿਆ ਕਿ ਬਾਦਸ਼ਾਹ ਜਹਾਂਗੀਰ, ਉਹਦੀਆਂ ਬੇਗਮਾਂ ਸਫ਼ਰ ਤੇ ਜਾ ਰਹੀਆਂ ਨੇ, ਰਸਤੇ ਵਿੱਚ ਨੇ। ਹਾਂਜੀ, ਪੱਤਣ ਚੰਬੇ ਦੂਣ ਕੋ ਡੇਰਾ ਤਹਿ ਘਾਲਾ। ਚੰਬੇ ਦੀ ਦੂਣ ਦੇ ਪੱਤਣ ਦੇ ਉੱਤੇ ਉਹਨਾਂ ਤੰਬੂ ਕਨਾਤਾਂ ਲਾਈਆਂ, ਤੇ ਬੇਗਮਾਂ ਇਸ ਸਮੇਂ ਉੱਥੇ ਰਹਿ ਰਹੀਆਂ ਹਨ। ਸੁਨ ਕਰ ਮੈਂ ਨਿਸ਼ਚੇ ਭਲੇ ਤਿਨ ਕੀ ਦਿਸ਼ ਚਾਲਾ। ਆਖੋ ਵਾਹਿਗੁਰੂ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਸੁਣ ਕੇ ਨਾ ਮੈਨੂੰ ਨਿਸ਼ਚਾ ਹੋਇਆ ਵੀ ਕੋਈ ਗੱਲ ਨਹੀਂ, ਬੇਗਮਾਂ ਦੇ ਕੋਲ ਬਥੇਰੀ ਮਾਇਆ ਹੁੰਦੀ ਹੈ, ਉੱਥੇ ਚੱਲਦੇ ਆ, ਕਿਤੇ ਕੁਝ ਨਾ ਕੁਝ ਲੈ ਕੇ ਹੀ ਆਵਾਂਗੇ, ਲੈ ਕੇ ਹੀ ਆਵਾਂਗੇ। ਹੁਣ ਚੋਰੀ ਕਰਨ ਉਸੇ ਪਾਸੇ ਜਾਣਾ ਜਿੱਥੋਂ ਮਾਇਆ ਮਿਲੇਗੀ, ਤੇ ਜਿੱਥੇ ਹੈ ਹੀ ਕੁਛ ਨਹੀਂ ਉੱਥੇ ਚੋਰੀ ਕਿਵੇਂ ਹੋਵੇਗੀ। ਪਹੁੰਚਿਓ ਦੇਖਿਓ ਜਾਏ ਤਬ ਸੰਗ ਮਾਨਵ ਜਾਲਾ। ਹਾਂਜੀ, ਲਾਏ ਘਾਤ ਨੀਕੇ ਰਹਿਓ ਨਿਸ ਤਿਮਰ ਬਿਸਾਲਾ। ਬਾਬਾ ਜੀ ਕਹਿੰਦੇ ਮਾਤਾ ਜੀ ਬਸ ਫਿਰ ਮੈਂ ਪਹੁੰਚ ਗਿਆ ਚੋਰੀ ਕਰਨ ਦੇ ਇਰਾਦੇ ਨਾਲ। ਜਦੋਂ ਮੈਂ ਉੱਥੇ ਪਹੁੰਚਿਆ, ਬੜੇ ਪਹਿਰੇਦਾਰ, ਬੜੇ ਸਿਪਾਹੀ ਉੱਥੇ ਸੀਗੇ, ਤੇ ਮੈਂ ਲੁੱਕ ਕੇ ਉੱਥੇ ਰਿਹਾ ਵੀ ਮੈਨੂੰ ਕੋਈ ਵੇਖ ਨਾ ਲਵੇ। ਤੇ ਮੈਂ ਮੌਕਾ ਵਿਚਾਰਦਾ ਰਿਹਾ ਵੀ ਕਿਹੜਾ ਵੇਲਾ ਹੋਵੇ ਤੇ ਬੇਗਮਾਂ ਦੇ ਤੰਬੂ 'ਚ ਪੈਸੇ ਹੋਣਗੇ, ਉੱਥੋਂ ਮਾਇਆ ਲਵਾਂ। ਹਾਂਜੀ, ਅਰਧ ਰਾਤ ਤਬ ਹੂੰ ਭਈ ਮਿਲ ਪਹਿਰੂ ਮਾਹੀ। ਤੇ ਬਸ ਫਿਰ ਕੀ ਸੀਗਾ, ਅੱਧੀ ਰਾਤ ਦਾ ਸਮਾਂ ਹੋ ਗਿਆ। ਹਾਂਜੀ, ਜਹ ਪ੍ਰਿਯੰਕ ਬੇਗਮ ਹੁਤੋ ਪਹੁੰਚਿਓ ਤੇ ਸਿਪਾਹੀ। ਤੇ ਮੈਂ ਲੁਕਾ ਕੇ ਭੇਸ ਪਹਿਲਾਂ ਬਦਲਿਆ, ਤੇ ਮੈਂ ਸਿਪਾਹੀਆਂ ਵਾਲਾ ਭੇਖ ਬਣਾਇਆ ਆਪਣਾ, ਤੇ ਸਿਪਾਹੀ ਬਣ ਕੇ ਉੱਥੇ ਤੁਰਿਆ ਫਿਰਾ ਰਵਾਂ। ਤੇ ਜਦੋਂ ਉੱਥੇ ਤੁਰਦਾ ਫਿਰਦਾ ਰਿਹਾ, ਤੇ ਜਹ ਪ੍ਰਿਯੰਕ ਬੇਗਮ ਹੁਤੋ ਪਹੁੰਚਿਓ ਤੇ ਸਿਪਾਹੀ, ਜਿੱਥੇ ਬੇਗਮ ਦਾ ਪਲੰਘਾ ਸੀ ਨਾ, ਮੈਂ ਉਸ ਤੰਬੂ ਵਿੱਚ ਪਹੁੰਚ ਗਿਆ। ਹਾਂਜੀ, ਵਿੱਚ ਤੰਬੂ ਕੇ ਸੁਪਤ ਭਏ ਦਾਸੀ ਗਨ ਜੇਈ। ਬੇਗਮ ਵੀ ਸੁੱਤੀ ਪਈ ਸੀ, ਤੇ ਬੇਗਮ ਦੇ ਲਾਗੇ ਦਾਸੀਆਂ ਵੀ ਸੁੱਤੀਆਂ ਪਈਆਂ ਸਨ। ਧਨ ਕੇ ਧਰੇ ਸੰਦੂਖ ਗਨ ਦੇਖੇ ਧਿਗ ਜੋਈ। ਤੇ ਮੈਂ ਵੇਖਿਆ ਵੀ ਇੱਕ ਬੰਨੇ ਸੰਦੂਕ ਭਰੇ ਪਏ ਆ, ਧਨ ਦੇ ਸੰਦੂਕ ਭਰੇ ਪਏ, ਉਰੋਂ ਸੰਦੂਕ ਚੱਲਦੇ ਸੀਗੇ।
ਹਾਂਜੀ, ਬੈਠਿਓ ਤਿਨ ਕੇ ਬੀਚ ਮੈਂ ਕਰ ਕੈ ਬਲ ਹਾਥਾ। ਆਖੋ ਵਾਹਿਗੁਰੂ। ਤੇ ਮੈਂ ਇੱਕ ਪਾਸੇ ਉਹਨਾਂ ਸੰਦੂਕਾਂ ਦੇ ਵਿੱਚ ਲੁਕ ਗਿਆ ਵੀ ਮੈਨੂੰ ਵੇਖ ਨਾ ਕੋਈ ਸਕੇ। ਤੋਰਿਓ ਤਾਰੋ ਏਕ ਕੋ ਪੁਰ ਜੋ ਧਨ ਸਾਥਾ। ਤੇ ਫਿਰ ਮੈਂ ਕੀ ਕੀਤਾ, ਬੜੇ ਸਹਿਜੇ ਦੇ ਨਾਲ, ਬੜੀ ਤਕਨੀਕ ਦੇ ਨਾਲ ਮਾਤਾ ਜੀ ਮੈਂ ਤਾਲਾ ਤੋੜਤਾ। ਤੇ ਚੋਰਾਂ ਨੂੰ ਤਾਲਾ ਤੋੜਨਾ ਤੇ ਆਉਂਦਾ ਹੀ ਹੁੰਦਾ ਜੀ, ਆਖੋ ਵਾਹਿਗੁਰੂ। ਉਹ ਪਤਾ ਹੁੰਦਾ ਵੀ ਇੱਥੇ ਇੱਕ ਸੱਟ ਮਾਰਿਆ ਤਾਲਾ ਟੁੱਟ ਜਾਏਗਾ। ਹਾਂਜੀ, ਉਹ ਫਿਰ ਕਰਦੇ ਹੀ ਉਂਝ ਹੈ ਜੀ। ਕਹਿੰਦੇ ਮਾਤਾ ਜੀ ਮੈਂ ਬੜੀ ਤਕਨੀਕ ਦੇ ਨਾਲ ਤਾਲਾ ਤੋੜਤਾ। ਹਾਤੀ ਜਿਸ ਮੈਂ ਬਹੁਤ ਹੈ ਤਬ ਏਕ ਨਿਕਾਸੀ। ਤੇ ਉਹ ਸੰਦੂਕ ਜਦੋਂ ਖੋਲਿਆ ਤਾਂ ਉਹਦੇ ਚ ਕਈ ਥੈਲੀਆਂ ਪਈਆਂ ਸੀ ਮਾਇਆ ਦੀਆਂ। ਉਹਨਾਂ ਵਿੱਚੋਂ ਮੈਂ ਇੱਕ ਥੈਲੀ ਕੱਢ ਲਈ। ਹੁਤੋ ਪੰਚ ਸੈ ਜਿਸ ਵਿਖੈ ਸੋ ਲੇਕਰ ਪਾਸੀ। ਉਹ ਥੈਲੀ ਲਈ ਜਿਹਦੇ ਚ 500 ਰੁਪਈਆ ਸੀਗਾ, ਆਖੋ ਵਾਹਿਗੁਰੂ। ਤੇ 500 ਹੀ ਚਾਹੀਦਾ ਸੀਗਾ। ਹਾਂਜੀ, ਸੰਪਟ ਜ਼ੇਵਰ ਕੇ ਭਰੇ ਸਭ ਤਿਆਗਨ ਕੀਨੇ। ਲਾਗੇ ਬੜੇ ਬੜੇ ਡੱਬੇ ਮਾਤਾ ਜੀ ਬੇਗਮਾਂ ਦੇ ਗਹਿਣਿਆਂ ਦੇ ਭਰੇ ਹੋਏ ਸਨ। ਬੜੇ ਡੱਬੇ ਗਹਿਣਿਆਂ ਦੇ ਭਰੇ ਸਨ। ਸਭ ਤਿਆਗਨ ਕੀਨੇ। ਤੇ ਮੈਂ ਸਾਰੇ ਹੀ ਛੱਡ ਦਿੱਤੇ। ਹਾਂਜੀ, ਖੋਲ ਖੋਲ ਧਰ ਕੈ ਤਹਾਂ ਨਹਿ ਕਰ ਮੈਂ ਲੀਨੈ। ਉਹ ਡੱਬੇ ਖੋਲ ਖੋਲ ਕੇ ਵੇਖੇ, ਹੀਰੇ ਮੋਤੀ ਜਵਾਹਰਾਤ ਸੋਨੇ ਦੇ ਗਹਿਣੇ, ਡੱਬੇ ਖੁੱਲੇ ਹੀ ਰਹਿਣ ਦਿੱਤੇ। ਪਰ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਮਾਤਾ ਜੀ, ਇੱਕ ਵੀ ਚੀਜ਼ ਚੁੱਕਣ ਦਾ ਜੀ ਨਹੀਂ ਕੀਤਾ। ਆਖੋ ਵਾਹਿਗੁਰੂ। ਜਿੰਨੇ ਚਾਹੀਦੇ ਸੀ ਉਹਨੇ ਹੀ ਲਏ। ਇੱਕ ਵੀ ਗਹਿਣਾ ਚੁੱਕਣ ਦਾ ਜੀ ਨਹੀਂ ਕੀਤਾ ਮੇਰਾ। ਹਾਂਜੀ, ਇੱਕ ਥਾਤੀ ਲੈ ਨਿਕਸਿਓ ਸਤਿਗੁਰ ਸਿਮਰੰਤਾ। ਜਦੋਂ ਮੈਂ ਉਹ ਥੈਲੀ ਫੜੀ ਤੇ ਮਾਤਾ ਜੀ ਮੈਨੂੰ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਦਾ ਚੇਤਾ ਆਇਆ ਜੀ। ਚੇਤਾ ਰੱਖਿਓ, ਜਿਹੜਾ ਬੰਦਾ ਗੁਰੂ ਦੀ ਸੰਗਤ ਕਰਦਾ ਹੈ ਨਾ, ਜਦੋਂ ਕਿਤੇ ਇਹੋ ਜਿਹਾ ਕੰਮ ਹੋਵੇ ਉਸ ਸਮੇਂ ਸੰਗਤ ਦਾ, ਸਤਿਗੁਰੂ ਦਾ ਚੇਤਾ ਜ਼ਰੂਰ ਆਉਂਦਾ ਹੈ। ਮਾਤਾ ਜੀ ਮੈਂ ਮਹਾਰਾਜ ਨੂੰ ਯਾਦ ਕੀਤਾ। ਸਭ ਕੀ ਦ੍ਰਿਸ਼ਟ ਬਚਾਏ ਕੈ ਆਇਓ ਉਤਲੰਤਾ। ਤੇ ਮਹਾਰਾਜ ਨੇ ਕਿਰਪਾ ਕੀਤੀ, ਕੋਈ ਮੈਨੂੰ ਵੇਖ ਨਾ ਸਕਿਆ। ਬੜੀ ਵੱਡੀ ਗੱਲ ਹੈ। ਲਾਗੇ ਬੇਗਮ ਸੁੱਤੀ, ਲਾਗੇ ਦਾਸੀਆਂ ਸੁੱਤੀਆਂ ਨੇ, ਤੇ ਲਾਗੇ ਸੰਦੂਕਾਂ ਨੇ। ਤੇ ਸੰਦੂਕ ਦਾ ਤਾਲਾ ਤੋੜਿਆ, ਉਹਦੇ ਚੋਂ ਥੈਲੀ ਕੱਢੀ, ਬਾਕੀ ਡੱਬੇ ਖੋਲ ਖੋਲ ਕੇ ਰੱਖ ਦਿੱਤੇ ਤੇ ਫੜੇ ਹੀ ਨਾ ਜਾਣਾ। ਇਹ ਛੋਟੀ ਗੱਲ ਨਹੀਂ ਹੈਗੀ ਸੰਗਤ ਜੀ। ਹਾਂਜੀ, ਦਿਜ ਨਾਰੀ ਕੋ ਦੀਨ ਤਬ ਤਨੂ ਜਾ ਨਿਜ ਬਿਆਹੀ। ਤੇ ਉਹ 500 ਰੁਪਈਆ ਲਿਆ ਕੇ ਮਾਤਾ ਜੀ ਮੈਂ ਉਸ ਇਸਤਰੀ ਨੂੰ ਦੇ ਦਿੱਤਾ। ਉਹਨੇ ਖੁਸ਼ੀ ਦੇ ਨਾਲ ਆਪਣੀ ਬੱਚੀ ਦਾ ਵਿਆਹ ਕੀਤਾ। ਫਿਰ ਬੜੀ ਖੁਸ਼ੀ ਨਾਲ ਵਿਆਹ ਕਰਤਾ। ਇਰਮ ਕੀਨਸ ਉਪਕਾਰ ਕੋ ਮੈਂ ਲੀਨਸ ਨਾਹੀ। ਇਸ ਤਰੀਕੇ ਨਾਲ ਮਾਤਾ ਜੀ ਉਪਕਾਰ ਤੇ ਹੋਇਆ। ਗੁਰੂ ਸਾਹਿਬ ਦਾ ਬਚਨ ਸੀ, ਤੇਰੀਆਂ ਚੋਰੀਆਂ ਵੀ ਭਲਾ ਕਰਿਆ ਕਰਨਗੀਆਂ। ਤੇ ਮਾਤਾ ਜੀ ਪਰ ਮੈਂ ਵਿੱਚੋਂ ਇੱਕ ਮਾਇਆ ਨਹੀਂ ਲਈ, ਇੱਕ ਦਮੜਾ ਨਹੀਂ ਲਿਆ। ਹਾਂਜੀ, ਬਾਹਰ ਸੁਨੋ ਜਬ ਪ੍ਰਾਤ ਭੀ ਬੇਗਮ ਤਬ ਜਾਗੀ। ਪਰ ਉਧਰ ਸੁਣੋ ਵੀ ਕੀ ਬਣਿਆ। ਦਿਨ ਹੋਇਆ ਤੇ ਜਦੋਂ ਬੇਗਮ ਜਾਗ ਗਈ, ਸੰਪੁਟ ਜ਼ਵਰ ਖੁੱਲੇ ਗਨ ਤਿਨ ਹੇਰਨ ਲਾਗੀ। ਉਹਨੇ ਵੇਖਿਆ ਵੀ ਸੰਦੂਕ ਦਾ ਵੀ ਤਾਲਾ ਟੁੱਟਿਆ ਤੇ ਗਹਿਣਿਆਂ ਤੇ ਡੱਬੇ ਖੁੱਲੇ ਪਏ ਨੇ ਸਾਰੇ। ਦਾਸੀ ਬ੍ਰਿੰਦ ਜਗਾਏ ਕਰ ਪਾਇਓ ਬੜ ਰੌਰਾ। ਉਹਨੇ ਦਾਸੀਆਂ ਸੇਵਾਦਾਰਨੀਆਂ ਜਗਾਈਆਂ ਵੀ ਕਿੱਥੇ ਸੁੱਤੀਆਂ ਪਈਆਂ ਜੇ, ਇੱਥੇ ਚੋਰੀ ਹੋ ਗਈ ਹੈ, ਤੁਸੀਂ ਲਾਗੇ ਸੁੱਤੀਆਂ ਪਈਆਂ ਤੇ। ਮਾਤਾ ਜੀ ਉਹਨੇ ਬੜਾ ਰੌਲਾ ਪਾਇਆ। ਸਰਬ ਸੰਭਾਰਨ ਕਰਤ ਪੀ ਇਤ ਉਤ ਧਨ ਟੋਰਾ। ਉਹ ਫਿਰ ਡੱਬੇ ਵਿੱਚ ਗਹਿਣੇ ਵੇਖਣ ਲੱਗੀ, ਕੋਈ ਗਹਿਣਾ ਚੋਰੀ ਨਹੀਂ ਸੀ ਹੋਇਆ। ਸਾਰੇ ਡੱਬੇ ਵੇਖੇ, ਇੱਧਰ ਉੱਧਰ ਸਭ ਕੁਝ ਵੇਖਣ ਲੱਗੇ। ਤਸਕਰ ਇੱਕ ਥਾਤੀ ਲਈ ਔਰ ਐ ਸਭ ਸ਼ੋਰਾ। ਉਹ ਵੇਖਦੀ ਹੈ ਬੇਗਮ ਵੀ ਚੋਰ ਬਾਕੀ ਸਭ ਕੁਝ ਛੱਡ ਗਿਆ, ਸਿਰਫ ਇੱਕ ਥੈਲੀ ਲੈ ਕੇ ਗਿਆ ਹੈ। ਆਖੋ ਵਾਹਿਗੁਰੂ। ਤੇ ਹੁਣ ਮਾਲ ਹੱਥ ਲੱਗਾ, ਜਿੰਨਾ ਮਰਜ਼ੀ ਬੰਦਾ ਲਈ ਜਾਵੇ ਜੀ। ਹਾਂਜੀ, ਪਰ ਉਹਨੇ ਵੇਖਿਆ ਵੀ ਇੱਕੋ ਹੀ ਥਾਤੀ ਭਾਵ ਥੈਲੀ ਲੈ ਕੇ ਗਿਆ। ਇਹ ਕੈਸੇ ਕਾਰਨ ਭਇਓ ਬਹੁ ਤਜ ਲੈ ਥੋਰਾ। ਇਹ ਕੀ ਕਾਰਨ ਬਣਿਆ
ਵੀ ਥੋੜੀ ਜੀ ਮਾਇਆ ਲੈ ਕੇ ਗਿਆ, ਬਾਕੀ ਸਾਰੀ ਇੱਥੇ ਛੱਡ ਗਿਆ ਚੋਰ। ਜਹਾਂਗੀਰ ਟਿਕ ਜਾਏ ਕਰ ਕਹਿ ਗਾਥ ਸੁਨਾਈ। ਤੇ ਮਾਤਾ ਜੀ ਬੇਗਮ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਸਾਰੀ ਗੱਲ ਦੱਸੀ ਜ਼ੇਵਰ ਲਾਖੋਂ ਕੇ ਤਜੇ ਤਸਕਰ ਇੱਕ ਆਈ। ਕਿ ਇੱਕ ਚੋਰ ਆਇਆ ਸੀ, ਲੱਖਾਂ ਦੇ ਗਹਿਣੇ ਉਂਝ ਹੀ ਛੱਡ ਕੇ ਚਲੇ ਗਿਆ। ਹਾਂਜੀ, ਦਰਬ ਪੰਚ ਸੈ ਲੈ ਗਇਓ ਕੁਛ ਜਾਏ ਨਾ ਜਾਨਾ। ਪਰ 500 ਰੁਪਈਆ ਲੈ ਕੇ ਗਿਆ। ਆਖੋ ਵਾਹਿਗੁਰੂ। ਹੁਣ ਵੇਖੋ ਨਾ ਜੀ, ਲੱਖਾਂ ਰੁਪਈਆਂ ਦੇ ਗਹਿਣੇ ਛੱਡ ਗਿਆ ਤੇ 500 ਰੁਪਈਆ ਹੀ ਲੈ ਕੇ ਗਿਆ ਜੀ ਬਸ। ਹਾਂਜੀ, ਬਿਸਮਤ ਮਤ ਸਗਰੇ ਭਏ ਰਸ ਸ਼ਾਹੋ ਮਹਾਨਾ। ਤੇ ਬਾਦਸ਼ਾਹ ਜਦੋਂ ਇਹ ਗੱਲ ਵੇਖੀ ਤੇ ਸਾਰੇ ਹੈਰਾਨ ਹੋ ਗਏ। ਬਾਦਸ਼ਾਹ ਨੂੰ ਬੜਾ ਗੁੱਸਾ ਚੜਿਆ ਵੀ ਪਹਿਰੇਦਾਰ ਕਿੱਥੇ ਮਰ ਗਏ ਸੀਗੇ। ਇੱਕ ਬੰਦਾ ਆਇਆ, ਲਾਗੇ ਸੁੱਤੀਆਂ ਲਾਗੇ ਬੇਗਮ ਸੁੱਤੀ, ਲਾਗੇ ਦਾਸੀਆਂ ਸੁੱਤੀਆਂ। ਉਹਨੇ ਸੰਦੂਕ ਦਾ ਤਾਲਾ ਤੋੜਿਆ, 500 ਰੁਪਈਆ ਕੱਢ ਕੇ ਲੈ ਗਿਆ। ਇਸ ਪਹਿਰੇਦਾਰ ਕਿੱਥੇ ਮਰ ਗਏ ਸੀ। ਤੇ ਬਾਬਾ ਜੀ ਨੇ ਤਾਂ ਰੂਪ ਹੀ ਪਹਿਰੇਦਾਰ ਦਾ ਬਣਾਇਆ ਸੀਗਾ ਜੀ। ਹਾਂਜੀ, ਨਿਕਟ ਨਿਕਟ ਕੇ ਗ੍ਰਾਮ ਜੇ ਸਭ ਪਕਰ ਮੰਗਾਏ। ਉਹਨੇ ਕਿਹਾ ਵੀ ਉਹ ਲਾਗੇ ਜਿਹੜੀ ਦੂਣ ਸੀ ਨਾ ਜੀ, ਚੰਬੇ ਦੂਣ, ਉਹ ਪੱਤਣ, ਉਹ ਸਾਰਾ ਲਾਗੇ ਲਾਗੇ ਪਿੰਡਾਂ ਦੇ ਲੋਕ ਸੱਦ ਲਏ ਜੀ ਉਹਨੇ। ਵੀ ਚੋਰ ਫੜਨਾ ਕਿਹੜਾ, ਐਡਾ ਮੂਰਖ ਚੋਰ। ਆਖੋ ਵਾਹਿਗੁਰੂ। ਬਾਦਸ਼ਾਹ ਇਹ ਵੀ ਵੇਖਣਾ ਚਾਹੁੰਦਾ ਸੀ ਵੀ ਐਡਾ ਮੂਰਖ ਚੋਰ 500 ਰੁਪਈਆ ਲੈ ਕੇ ਗਿਆ। ਹਾਂਜੀ, ਦਈ ਸਜ਼ਾਏ ਅਨੇਕ ਬਿਦ ਦੇਹੋ ਚੋਰ ਦਿਖਾਏ। ਤੇ ਉਹਨੇ ਫਿਰ ਲੋਕਾਂ ਨੂੰ ਸੱਦ ਕੇ ਸਜ਼ਾਵਾਂ ਦਿੱਤੀਆਂ ਵੀ ਚੋਰ ਦੱਸੋ, ਚੋਰ ਕਿਹੜਾ ਹੈਗਾ ਤੁਹਾਡੇ ਚੋਂ। ਨਾਹੇ ਤਾਂ ਫਾਂਸੀ ਡਾਰ ਕੈ ਸਭ ਕਰੋ ਬਿਨਾਸ਼ਾ। ਬਾਦਸ਼ਾਹ ਸੀਗਾ, ਉਹਨੇ ਕਿਹੜਾ ਕਾਨੂੰਨ ਪਾਸ ਕਰਾਉਣੇ ਸੀ। ਉਹਨੇ ਕਿਹਾ ਨਹੀਂ ਤੇ ਸਾਰੇ ਪਿੰਡਾਂ ਨੂੰ ਹੀ ਫਾਂਸੀ ਤੇ ਲਾ ਦਿਆਂਗਾ। ਚੋਰ ਦੱਸੋ। ਪਿੰਡਾਂ ਵਾਲਿਆਂ ਨੂੰ ਪਤਾ ਹੁੰਦਾ ਵੀ ਪਿੰਡ ਦਾ ਕਿਹੜਾ ਬੰਦਾ ਚੋਰ ਹੈ। ਹਾਂਜੀ, ਸਕਲ ਗ੍ਰਾਮ ਕੋ ਖੋਜ ਕਰ ਆਨੋ ਤੇ ਪਾਸਾ। ਵੀ ਆਪਣੇ ਆਪਣੇ ਪਿੰਡਾਂ ਵਿੱਚ ਜਾਓ ਤੇ ਸਾਰਾ ਆਪਣੇ ਆਪਣੇ ਪਿੰਡਾਂ ਨੂੰ ਵੇਖੋ। ਹਾਂਜੀ, ਗ੍ਰਾਮ ਸਰਹਾਲੀ ਕੇ ਗਏ ਤਿੰਨ ਬਾਕ ਬਖਾਨਾ। ਹੁਣ ਸਰਹਾਲੀ ਪਿੰਡ ਦੇ ਲੋਕ ਵੀ ਗਏ ਸੀਗੇ ਉੱਥੇ। ਬਾਦਸ਼ਾਹ ਨੇ ਉਹਨਾਂ ਨੂੰ ਵੀ ਥੋੜਾ ਬਹੁਤਾ ਕੁੱਟਿਆ ਮਰਵਾਇਆ ਤੇ ਨਾਲੇ ਕਿਹਾ ਵੀ ਆਪਣੇ ਪਿੰਡ ਦਾ ਚੋਰ ਦੱਸੋ। ਹਾਂਜੀ, ਵਿਧੀਆ ਹਮਰੋ ਦੋਹਿਥਾ ਅਤਿਸ਼ੈ ਬੁੱਧਵਾਨਾ। ਆਖੋ ਵਾਹਿਗੁਰੂ। ਤੇ ਪਿੰਡ ਵਾਲੇ ਸੋਚਦੇ ਸਾਡੇ ਪਿੰਡ ਦਾ ਦੋਹਤਰਾ ਹੀ ਐਡਾ ਸਿਆਣਾ ਹੈਗਾ। ਆਖੋ ਵਾਹਿਗੁਰੂ। ਵੀ ਬੇਗਮ ਸੁੱਤੀ ਪਈ ਐ, ਦਾਸੀਆਂ ਸੁੱਤੀਆਂ ਪਈਆਂ, ਫਿਰ ਵੀ ਜਾ ਕੇ ਟਰੰਕ ਦਾ ਤਾਲਾ ਤੋੜ ਦੇ ਤੇ ਉੱਥੋਂ ਮਾਇਆ ਲੈ ਆਵੇ। ਇਹ ਤੇ ਸਾਡੇ ਪਿੰਡ ਦਾ ਦੋਹਤਰਾ ਸਿਆਣਾ। ਤੇ ਚਲੋ ਜੇ ਨਹੀਂ ਵੀ ਉਹਨੇ ਕੀਤਾ ਤੇ ਬਾਕੀ ਚੋਰਾਂ ਦਾ ਤੁਹਾਨੂੰ ਪਤਾ ਹੀ ਹੈ। ਹਾਂਜੀ, ਉਪਕਾਰੀ ਸੋ ਕਰੈ ਗੋ ਤੁਮਰੇ ਦੁਖ ਹਾਨਾ। ਤੇ ਉਹ ਕਹਿਣ ਲੱਗੇ ਵੀ ਕੋਈ ਨਹੀਂ, ਸਾਨੂੰ ਆਪਣੇ ਪਿੰਡ ਦੇ ਦੋਹਤਰੇ ਨੂੰ ਪੁੱਛ ਲੈਣ ਦੇ, ਉਹ ਉਪਕਾਰੀ ਬੰਦਾ ਹੈਗਾ, ਉਹ ਕਰ ਦੇਗਾ ਮਸਲਾ ਹੱਲ। ਗਮਨੋ ਬੂਝਹਿ ਤਾਹੇ ਕੋ ਕਹਿ ਕੀਨ ਪਿਆਨਾ। ਬਾਦਸ਼ਾਹ ਕਹਿੰਦਾ ਛੇਤੀ ਜਾਓ, ਉਹਨੂੰ ਪੁੱਛੋ ਚੋਰੀ ਕਿਹਨੇ ਕੀਤੀ ਹੈ। ਕਹਿਓ ਜੋਰ ਕਰ ਜਬ ਮਿਲਿਓ ਇਹੋ ਕਰ ਉਪਕਾਰਾ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਕਹਿਣ ਲੱਗ, ਹਾਂਜੀ ਅੱਗੇ ਵੀ ਪੜ੍ਹਦੇ ਹੋ। ਬੰਧਨ ਮੈਂ ਨਰ ਕੈਦ ਹੈ ਮਾਰੇ ਬਹੁ ਬਾਰਾ। ਉਹ ਲੋਕਾਂ ਨੂੰ ਨਹੀਂ ਸੀ ਪਤਾ ਵੀ ਚੋਰੀ ਬਾਬਾ ਬਿਧੀ ਚੰਦ ਜੀ ਨੇ ਕੀਤੀ, ਪਰ ਲੋਕ ਆ ਕੇ ਬਾਬਾ ਜੀ ਮਾਤਾ ਜੀ ਨੂੰ ਦੱਸਣ ਦੇ। ਕਹਿੰਦੇ ਮਾਤਾ ਜੀ ਸਾਡੇ ਪਿੰਡ ਦੇ ਲੋਕ ਮੇਰੇ ਕੋਲ ਹੀ ਆ ਗਏ, ਕਹਿੰਦੇ ਬਿਧੀ ਚੰਦ ਤੂੰ ਦੋਹਤਰਾ ਸਾਡਾ ਪਿੰਡ ਵਿੱਚ ਇੱਕ ਦਾ ਦੋਹਤਰਾ, ਸਾਰੇ ਪਿੰਡ ਦਾ ਹੀ ਦੋਹਤਰਾ, ਭਲਾ ਜ਼ਮਾਨਾ ਸੀ। ਤੂੰ ਸਾਡੇ ਪਿੰਡ ਦਾ ਦੋਹਤਰਾ ਹੈ। ਹੱਥ ਜੋੜ ਕੇ ਕਹਿੰਦੇ ਇੱਕ ਉਪਕਾਰ ਹੀ ਕਰਦੇ ਸਾਡੇ ਤੇ। ਬਾਬਾ ਜੀ ਕਹਿੰਦੇ ਕੀ? ਕਹਿੰਦੇ ਇੱਕ ਚੋਰੀ ਦਾ ਮਸਲਾ ਹੈ, ਆਪਣੇ ਸਿਰ ਤੇ ਲੈ ਲਾ। ਆਖੋ ਵਾਹਿਗੁਰੂ। ਆਪਣੇ ਸਿਰ ਤੇ ਲੈ ਲਾ। ਪਰ ਉਪਕਾਰੀ ਬੰਦੇ ਲੈ ਲੈਂਦੇ ਆ। ਥੋੜੇ ਦਿਨ ਪਹਿਲਾਂ ਸਾਧ ਸੰਗਤ ਜੀ ਬਾਬਾ ਜਵੰਦ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ ਲੰਘੀ ਸੀ। ਇੱਕ ਉਹ ਗੁਰਮੁਖ ਹਸਤੀ ਜਿਹਦਾ ਏਅਰਪੋਰਟ ਦੇ ਵਿੱਚ ਸਥਾਨ ਹੈਗਾ ਜੀ ਬਾਬਾ ਜਵੰਦ ਸਿੰਘ ਜੀ ਦਾ। ਮਹਾਂਪੁਰਖ ਕੀਰਤਨ ਕਰਦੇ ਸਨ, ਉਹਨਾਂ ਦੀ ਸੰਗਤ ਕੀਤੀ ਸੀ ਬਾਬਾ ਈਸ਼ਰ ਸਿੰਘ ਜੀ ਨੇ ਜੀ।
ਇੱਕ ਹੋਰ ਗੁਰਮੁਖ ਸਨ, ਉਹਨਾਂ ਦਾ ਨਾਮ ਸੀ ਈਸ਼ਰ ਸਿੰਘ। ਬੱਲ ਪਿੰਡ ਦੇ ਸਨ ਜੀ ਉਹ। ਤੇ ਉਹ ਬਾਬਾ ਈਸ਼ਰ ਸਿੰਘ ਜੀ ਦੇ ਬਾਰੇ ਮੈਨੂੰ ਗੁਰਮੁਖਾਂ ਬਚਨ ਸੁਣਾਇਆ ਕਿ ਪਿੰਡ ਦੇ ਵਿੱਚ ਇੱਕ ਬੰਦੇ ਨੇ ਇੱਕ ਦੀ ਹੱਤਿਆ ਹੀ ਕਰ ਦਿੱਤੀ ਜੀ, ਮਾਰਤਾ, ਕਤਲ ਕਰਤਾ। ਹੁਣ ਉਹ ਜਦੋਂ ਉਹਨੇ ਕਤਲ ਕੀਤਾ, ਉਹਦਾ ਟੱਬਰ ਆ ਕੇ ਰੋਇਆ ਵੀ ਇਹਦੇ ਕੋਲ ਗਲਤੀ ਹੋ ਗਈ ਤਾਂ ਉਹਨੂੰ ਪੁਲਿਸ ਨੇ ਫੜ ਕੇ ਲੈ ਜਾਣਾ। ਤੇ ਉਹ ਮਹਾਂਪੁਰਖ ਕਹਿੰਦੇ ਕੋਈ ਨਹੀਂ, ਉਹ ਕੇਸ ਅਸੀਂ ਆਪਣੇ ਉੱਤੇ ਪਵਾ ਲੈਂਦੇ ਹਾਂ। ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਨਹੀਂ, ਸਾਡੇ ਤੇ ਪੈ ਲੈਂਦੇ ਹੋ। ਤੇ ਇਹ ਗੱਲ ਵੱਖਰੀ, ਜਦੋਂ ਜੱਜ ਫਾਂਸੀ ਲਿਖੇ ਤਾਂ ਲਿਖੀ ਨਾ ਜਾਵੇ ਉਹਦੇ ਕੋਲੋਂ, ਉਹ ਕਹਿੰਦਾ ਛੱਡ ਦਿਓ ਇਹਨੂੰ। ਇਹ ਕੋਈ ਹੋਰ ਹੀ ਖੇਡ ਹੈ ਕੀ ਹੈ। ਗੁਰਮੁਖ ਜਿਹੜੇ ਆ ਨਾ, ਉਹ ਸਾਧ ਸੰਗਤ ਜੀ ਦੂਜਿਆਂ ਦੇ ਦੋਸ਼ ਵੀ ਆਪਣੇ ਉੱਤੇ ਲੈ ਲੈਂਦੇ ਹਨ। ਆਖੋ ਵਾਹਿਗੁਰੂ। ਤੇ ਮਨਮੁਖ ਆਪਣੇ ਦੋਸ਼ ਵੀ ਦੂਜਿਆਂ ਦੇ ਉੱਤੇ ਮੜਦਾ ਹੈ। ਇੰਨਾ ਫਰਕ ਤੇ ਗੁਰਮੁਖਾਂ ਦਾ ਤੇ ਮਨਮੁਖਾਂ ਦਾ। ਮਨਮੁਖ ਕਹਿੰਦਾ ਮੇਰੇ ਵੀ ਇਹਦੇ ਹੀ ਨੇ, ਤੇ ਗੁਰਮੁਖ ਦੂਜੇ ਦੇ ਵੀ ਲੈ ਲੈਂਦੇ ਆ ਜੀ। ਉਹ ਕਹਿੰਦੇ ਬਿਧੀ ਚੰਦ ਤੂੰ ਸਾਡਾ ਦੋਤਰਾ, ਇੱਕ ਦੋਸ਼ ਹੀ ਲੈ ਲਾ ਚੋਰੀ ਦਾ ਆਪਣੇ ਉੱਤੇ, ਘੱਟੋ ਘੱਟ ਬਾਕੀ ਪਿੰਡ ਤਾਂ ਮਾਰ ਤੋਂ ਬਚਣਗੇ। ਬਹੁਤਨ ਕੀ ਸੁਨ ਦੀਨਤਾ ਮੈਂ ਹਿਰਦੈ ਵਿਚਾਰੇ। ਮਾਤਾ ਜੀ ਜਦੋਂ ਮੈਂ ਬਹੁਤਿਆਂ ਨੂੰ ਤਰਲੇ ਲੈਂਦੇ ਵੇਖਿਆ ਤੇ ਮੈਂ ਵਿਚਾਰ ਕੀਤੀ, ਇੱਕ ਮੇਰੇ ਉਪਚਾਰ ਤੇ ਹੋਵਤ ਸੁਖ ਸਾਰੇ। ਕਿ ਇੱਕ ਮੇਰੇ ਕਹਿਣ ਤੇ ਵੀ ਚੋਰੀ ਮੈਂ ਕੀਤੀ ਹੈ ਤੇ ਬਹੁਤੇ ਲੋਕਾਂ ਨੇ ਬਚਣਾ ਹੈ। ਆਖੋ ਬਹੁਤੇ ਲੋਕਾਂ ਬਚ ਜਾਣਾ ਜੇ ਮੈਂ ਕਹਿਤਾ ਵੀ ਮੈਂ ਚੋਰੀ ਕੀਤੀ ਹੈ। ਗਇਓ ਸੰਗ ਤਿਨ ਕੇ ਤਬੈ ਨਹਿ ਭੈ ਉਰ ਧਾਰਾ। ਮਾਤਾ ਜੀ ਫਿਰ ਮੈਂ ਉਹਨਾਂ ਦੇ ਨਾਲ ਗਿਆ, ਨਿਡਰ ਹੋ ਕੇ ਗਿਆ, ਮੈਨੂੰ ਕੋਈ ਡਰ ਨਹੀਂ ਸੀ, ਮੈਂ ਉਹਨਾਂ ਦੇ ਨਾਲ ਗਿਆ। ਗੁਰੂ ਭਰੋਸਾ ਮੋਹੇ ਕੋ ਹਵੈ ਬਾਂਕ ਨਾ ਬਾਰਾ। ਪਰ ਮਾਤਾ ਜੀ ਜਦੋਂ ਮੈਂ ਜਾ ਰਿਹਾ ਸਾਂ ਨਾ, ਤੇ ਮੈਨੂੰ ਗੁਰੂ ਅਰਜਨ ਦੇਵ ਜੀ ਤੇ ਭਰੋਸਾ ਪੂਰਾ। ਮੈਨੂੰ ਪਤਾ ਸੀ ਮੇਰਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਭਰੋਸੇ ਦੀ ਗੱਲ ਜੀ, ਭਰੋਸੇ ਦੀ ਗੱਲ ਹੈ ਵੀ ਮੇਰਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਹਾਂਜੀ। ਜਹਾਂਗੀਰ ਜਹ ਥਿਰ ਹੋ ਤੋ ਤਹ ਲੈ ਪਹੁੰਚਾਇਓ। ਤੇ ਪਿੰਡ ਦੇ ਲੋਕ ਮੈਨੂੰ ਉੱਥੇ ਲੈ ਗਏ ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਸੀ। ਮੇਰੀ ਦਿਸ਼ਾ ਬਿਲੋਕ ਕੈ ਇਮ ਸ਼ਾਹੋ ਅਲਾਇਓ। ਤੇ ਜਦੋਂ ਬਾਦਸ਼ਾਹ ਨੇ ਮਾਤਾ ਜੀ ਮੇਰੇ ਵੱਲ ਵੇਖਿਆ ਨਾ, ਤੇ ਮੇਰੇ ਵੱਲ ਵੇਖ ਕੇ ਬਾਦਸ਼ਾਹ ਗੁੱਸੇ ਵਿੱਚ ਕਹਿਣ ਲੱਗਾ, ਤੂੰ ਤਸਕਰ ਹੈ ਦਰਬ ਕੋ ਮੈਂ ਸੁਨਤ ਬਖਾਨਾ। ਦੱਸ ਤੇ ਪਹਿਲਾਂ ਹੀ ਦਿੱਤਾ ਸੀ ਵੀ ਸਰਹਾਲੀ ਪਿੰਡ ਵਾਲੇ ਚੋਰ ਨੂੰ ਲੈ ਆਏ ਆ। ਤੇ ਮਾਤਾ ਜੀ ਬਾਦਸ਼ਾਹ ਮੈਨੂੰ ਵੇਖ ਕੇ ਕਹਿੰਦਾ ਵੀ ਤੂੰ ਹੀ ਮਾਇਆ ਚੁੱਕੀ ਸੀ, ਤੂੰ ਹੀ ਹੈ ਨਾ ਚੋਰ। ਹਾਂਜੀ। ਕਹਿਓ ਆਪ ਕੋ ਸੱਚ ਹੈ ਹੂੰ ਹੀ ਹਰਿਆਣਾ। ਤੇ ਕਹਿਣ ਲੱਗੇ, ਮੈਂ ਸੁਣ ਕੇ ਕਿਹਾ ਵੀ ਹਾਂ ਤੁਹਾਡੀ ਕਈ ਗੱਲ ਸੱਚ ਹੈ, ਮੈਂ ਹੋ ਹੀ ਹਰਿਆਣਾ। ਹਰਿਆਣਾ ਦਾ ਅਰਥ ਹੁੰਦਾ ਹਰਨ ਵਾਲਾ, ਚੋਰੀ ਕਰਨ ਵਾਲਾ। ਮੈਂ ਹੀ ਚੋਰੀ ਕੀਤੀ ਹੈ ਕਹਿੰਦੇ। ਆਖੋ ਵਾਹਿਗੁਰੂ। ਵਾਹਿਗੁਰੂ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਚੋਰ ਨੂੰ ਤੇ ਕੁੱਟੋ ਤੇ ਉਹ ਤਾਂ ਵੀ ਨਹੀਂ ਮੰਨਦਾ ਵੀ ਮੈਂ ਚੋਰ ਹਾਂ। ਇਹ ਆਪੇ ਹੀ ਆਖੀ ਜਾਂਦਾ ਵੀ ਮੈਂ ਚੋਰ ਹਾਂ। ਹਾਂਜੀ। ਸ਼ਾਹ ਭਨਤ ਕਿਸ ਹੇਤ ਤੇ ਧਨ ਲੀਨਸ ਥੋਰਾ। ਉਹ ਬਾਦਸ਼ਾਹ ਕਹਿਣ ਲੱਗਾ ਵੀ ਮੈਂ ਤੈਨੂੰ ਪਤਾ ਕਿਉਂ ਸੱਦਿਆ। ਬਾਬਾ ਜੀ ਕਹਿੰਦੇ ਦੱਸ। ਕਹਿੰਦੇ ਸੱਦਿਆ ਇਸ ਕਰਕੇ ਹੈ, ਲੱਖਾਂ ਦਾ ਧਨ ਛੱਡ ਕੇ 500 ਰੁਪਈਆ ਹੀ ਖੜਨਾ ਸੀਗਾ। ਆਖੋ ਵਾਹਿਗੁਰੂ। ਇੰਨੀ ਥੋੜੇ ਪੈਸੇ ਲੈ ਕੇ ਗਿਆ। ਹਾਂਜੀ। ਹੀਰੇ ਮੁਕਤਾ ਦਿਪਤ ਗਨ ਕੰਚਨ ਮੈਂ ਬੋਰਾ। ਵੀ ਉਥੇ ਤੇ ਬੋਰੇ ਭਰੇ ਪਏ ਸੀ, ਹੀਰਿਆਂ ਮੋਤੀਆਂ ਦੇ ਚਮਕਦੇ ਹੀਰੇ ਭਰੇ ਪਏ ਸੀ ਉੱਥੇ, ਬੇਗਮਾਂ ਦੇ ਗਹਿਣੇ ਸੀਗੇ, ਤੇ ਤੂੰ ਸਿਰਫ 500 ਰੁਪਈਆ ਲੈ ਕੇ ਗਿਆ। ਕੀ ਗੱਲ ਹੈ। ਸੋ ਤਿਆਗੇ ਤਹ ਹੀ ਪਰੇ ਸਭ ਖੋਲ ਨਿਹਾਰੇ। ਤੂੰ ਖੋਲ ਕੇ ਵੇਖੇ ਵੀ ਹੈ ਡੱਬੇ, ਖੋਲ ਕੇ ਵੇਖੇ ਵੀ ਹੈ, ਪਰ ਫਿਰ ਵੀ ਤੂੰ ਛੱਡ ਕੇ ਚਲੇ ਗਿਆ। ਕੀ ਕਾਰਨ ਹੈ। ਕਹੋ ਸਾਚ ਇਸ ਬਾਤ ਕੋ ਨਤ ਦੇ ਹੈ ਮਾਰੇ। ਨਹੀਂ ਤੇ ਮਾਰ ਦਿਆਂਗਾ, ਸੱਚ ਗੱਲ ਦੱਸ। ਬਿਨਾ ਤਰਾਸ ਤਬ ਮੈਂ ਕਹੀ ਸ਼੍ਰੀ ਅਰਜਨ ਗਾਥਾ। ਆਖੋ ਸ੍ਰੀ ਵਾਹਿਗੁਰੂ। ਬਾਦਸ਼ਾਹ
ਫਿਰ ਸੁਣ, ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈਗਾ। ਕਹਿੰਦੇ ਜਦੋਂ ਮੈਂ ਪਹਿਲੀ ਵਾਰੀ ਗੁਰੂ ਅਰਜਨ ਸਾਹਿਬ ਜੀ ਕੋਲ ਗਿਆ ਤੇ ਮੈਂ ਗੁਰੂ ਅਰਜਨ ਸਾਹਿਬ ਨੂੰ ਕਿਹਾ ਵੀ ਮੈਂ ਚੋਰੀ ਨਹੀਂ ਛੱਡ ਸਕਦਾ, ਮੇਰਾ ਸੁਭਾਅ ਹੈ। ਤੇ ਗੁਰੂ ਅਰਜਨ ਦੇਵ ਜੀ ਮੇਰੇ ਸਤਿਗੁਰੂ ਨੇ ਕਿਹਾ ਸੀ, ਚੰਗਾ ਫਿਰ ਤੇਰੀ ਚੋਰੀ ਵੀ ਦੁਨੀਆ ਦਾ ਭਲਾ ਕਰੇਗੀ। ਹਾਂਜੀ, ਸੋ ਮੇਰੇ ਸਤਿਗੁਰ ਅਹੈ ਮਾਥੇ ਪਰ ਹਾਥਾ। ਉਹ ਮੇਰੇ ਗੁਰੂ ਹੀ ਗੁਰੂ ਅਰਜਨ ਸਾਹਿਬ, ਤੇ ਮੇਰੇ ਗੁਰੂ ਦਾ ਮੇਰੇ ਸਿਰ ਤੇ ਹੱਥ ਹੈਗਾ। ਹਾਂਜੀ, ਤਿਨ ਕਹਿਓ ਉਪਕਾਰ ਹਿਤ ਚੋਰੀ ਵੀ ਠਾਨੋ। ਉਹਨਾਂ ਕਿਹਾ ਸੀ ਵੀ ਤੇਰੀ ਕੀਤੀ ਹੋਈ ਚੋਰੀ ਜਿਹੜੀ ਉਪਕਾਰ ਹੋਏਗਾ। ਸੋ ਸਿੱਖਿਆ ਮੈਂ ਧਾਰ ਉਰ ਬਰਤੋਂ ਹਿਤ ਜਾਨੋ। ਇਸ ਕਰਕੇ ਦੂਜੇ ਦਾ ਭਲਾ ਕਰਨ ਲਈ ਕਈ ਵਾਰੀ ਚੋਰੀ ਵੀ ਕਰ ਲਈਦੀ ਹੈ। ਆਖੋ ਵਾਹਿਗੁਰੂ। ਬਸ ਚੇਤਾ ਰੱਖਿਓ, ਜਿਹਦੇ ਵਿੱਚ ਦੂਜੇ ਦਾ ਭਲਾ ਹੋਵੇ ਉਹ ਕੰਮ ਮਾੜਾ ਨਹੀਂ ਹੈ। ਤੇ ਜੇ ਦੂਜੇ ਦੇ ਬੁਰੇ ਵਾਸਤੇ ਕੋਈ ਮੰਤਰ ਵੀ ਪੜ੍ਹਦਾ ਰਹੇ ਤੇ ਸੁਖਮਨੀ ਸਾਹਿਬ ਵੀ ਪੜ੍ਹਦਾ ਰਹੇ ਤਾਂ ਉਹਦਾ ਫਾਇਦਾ ਨਹੀਂ ਹੈਗਾ ਜੀ। ਉਹ ਮੈਂ ਪਿੱਛੇ ਜੇ ਵੀ ਇੱਕ ਬੇਨਤੀ ਕੀਤੀ ਸੀ। ਉਹ ਇੱਕ ਬੰਦਾ ਲੁਧਿਆਣੇ ਦਾ ਸਾਹਮਣੇ ਆਇਆ ਜੀ, ਕਹਿੰਦਾ ਜੀ ਸੁਣਿਆ ਹੀ ਬਾਣੀ ਪੜ੍ਹਨ ਦਾ ਬੜਾ ਫਾਇਦਾ, ਤੇ ਮੈਂ 2 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦਾ, ਪਰ ਮੈਂ ਗਵਾਂਢੀ ਦਾ ਬੁਰਾ ਮੰਗਦਾ ਉਹ ਤੇ ਹੋਣ ਨਹੀਂ ਡਿਆ। ਆਖੋ ਵਾਹਿਗੁਰੂ। ਤੇ ਦੱਸੋ ਉੱਥੇ ਪਾਠ ਕੀਤੇ ਕੀ ਕਰਨਗੇ? ਤੇ ਜਿੱਥੇ ਭਲਾ ਹੈ ਉੱਥੇ ਇਹ ਵੀ ਕੰਮ ਪਵਿੱਤਰ ਹੈਗਾ ਜੀ। ਹਾਂਜੀ, ਦਿਜ ਤਨੁਜਾ ਕੁਆਰੀ ਹੁਤੀ ਦੇਖਿਓ ਘਰ ਦੀਨਾ। ਕਹਿਣ ਲੱਗੇ ਫਿਰ ਸੁਣ ਲਓ ਬਾਦਸ਼ਾਹ, ਇੱਕ ਮਾਂ ਮੇਰੇ ਕੋਲ ਸਹਾਇਤਾ ਮੰਗਣ ਆਈ ਸੀ, ਬੱਚੀ ਵਿਆਹੁਣੀ ਹੈ, ਉਹਦੇ ਕੋਲ ਤਾਂ ਛਕਣ ਨੂੰ ਪ੍ਰਸ਼ਾਦ ਪਾਣੀ ਵੀ ਨਹੀਂ ਸੀ ਹੁੰਦਾ। ਉਹਨੇ ਮੈਨੂੰ ਤਰਲਾ ਲਿਆ ਤੇ ਮੈਂ ਉਹਨੂੰ ਪੁੱਛਿਆ ਵੀ ਦੱਸ ਤੇਰੀ ਧੀ ਦਾ ਵਿਆਹ ਕਿੰਨੇ ਪੈਸਿਆਂ 'ਚ ਹੋਏਗਾ? ਉਹਨੇ ਕਿਹਾ 500 ਰੁਪਈਆ ਲੱਗੇਗਾ। ਤੇ ਕਹਿੰਦੇ ਬਾਦਸ਼ਾਹ, ਮੈਂ ਕਿਹਾ ਵੀ ਕੋਈ ਨਹੀਂ, ਜੇ 500 ਲੱਗੇਗਾ ਤੇ 500 ਦੇ ਦਿੰਨੇ ਆ ਤੈਨੂੰ। ਹਾਂਜੀ, ਕਰੀ ਜਾਚ ਨਾ ਆਨ ਢਿੱਗ ਸਭ ਵਸਤ ਬਹੀਨਾ। ਉਹਦੇ ਕੋਲ ਕੁਝ ਵੀ ਨਹੀਂ ਸੀ, ਉਹਨੇ ਆ ਕੇ ਮੇਰੇ ਕੋਲੋਂ 500 ਰੁਪਏ ਦੀ ਮੰਗ ਕੀਤੀ। ਦਰਬ ਪੰਚ ਮੈਂ ਵਿਆਹ ਕੇ ਹਿਤ ਖਰਚ ਬਖਾਨਾ। ਤਿਸ ਹਿਤ ਮੈਂ ਗਮਨਿਓ ਹੁਤੋ ਕੀਏ ਕਾਜ ਮਹਾਨਾ। ਇਸ ਕਰਕੇ ਮੈਂ ਬੇਗਮ ਦੇ ਤੰਬੂ ਵਿੱਚ ਗਿਆ ਤੇ ਉਥੋਂ 500 ਰੁਪਈਆ ਚੁੱਕਿਆ ਹੀ ਇਸ ਕਰਕੇ। ਹਾਂਜੀ, ਅੰਗੀਕਾਰ ਨਾ ਕੁਛ ਕਰੋ ਨਹਿ ਲਾਲਚ ਮੇਰੇ। ਬਾਕੀ ਬਾਦਸ਼ਾਹ ਪਤਾ ਕਰ ਲਾ, ਤੇਰੇ ਕੋਲ ਫੌਜ ਹੈ ਬਾਦਸ਼ਾਹ ਜੀ, ਪਤਾ ਕਰ ਲੋ, ਮੈਂ ਹੋਰ ਕੁਝ ਨਹੀਂ ਲਿਆ। ਉੱਥੇ ਉਹਦੀ ਬੱਚੀ ਦਾ ਵੀ ਵਿਆਹ ਹੋਇਆ, ਇਹ ਵੀ ਪਤਾ ਕਰ ਲੋ। ਮੇਰੇ ਮਨ 'ਚ ਲਾਲਚ ਨਹੀਂ ਹੈ, ਇਸ ਕਰਕੇ ਮੈਂ ਲਾਲਚ ਵਿੱਚ ਆ ਕੇ ਉੱਥੋਂ ਕੋਈ ਵੀ ਵਸਤੂ ਨਹੀਂ ਚੁੱਕੀ। ਜਿਤਕ ਚਾਹੀਏ ਉਪਕਾਰ ਹਿਤ ਲਿਆਇਓ ਬਿਨ ਦੇਰੇ। ਆਖੋ ਵਾਹਿਗੁਰੂ। ਜਿੰਨਾ ਕੁ ਮੈਨੂੰ ਚਾਹੀਦਾ ਸੀ ਉਪਕਾਰ ਵਾਸਤੇ, ਕਿਸੇ ਦੂਸਰੇ ਵਾਸਤੇ, ਉਹਨਾਂ ਕੁ ਮੈਂ ਲੈ ਆਇਆ। ਸ਼੍ਰੀ ਅਰਜਨ ਕੋ ਨਾਮ ਸੁਨ ਸਿਰ ਸ਼ਾਹੋ ਨਿਵਾਇਓ। ਤੇ ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਧੰਨ ਨੇ ਗੁਰੂ ਦੇ ਸਿੱਖ। ਆਪਣੇ ਵਾਸਤੇ ਚਾਹੁੰਦਾ ਤੇ ਲੱਖਾਂ ਰੁਪਏ ਚੁੱਕ ਸਕਦਾ ਸੀ, ਪਰ ਜੇ ਪੈਸੇ ਚੁੱਕੇ ਵੀ ਹੈ ਤੇ ਕਿਸੇ ਦੇ ਭਲੇ ਲਈ ਚੁੱਕੇ ਹੈ। ਧੰਨ ਨੇ ਗੁਰੂ ਦੇ ਸਿੱਖ, ਧੰਨ ਨੇ ਇਹੋ ਜਿਹੇ ਗੁਰੂ ਜੀ। ਹਾਂਜੀ, ਸੁਨ ਸਿਰ ਸ਼ਾਹ ਨਿਵਾਇਓ। ਤੇ ਬਾਦਸ਼ਾਹ ਨੇ ਸੁਣ ਕੇ ਸਿਰ ਨਿਵਾਇਆ। ਆਪਾਂ ਵੀ ਨਿਵਾਈਏ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ 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 ਜੀ ਮਹਾਰਾਜ। ਇੰਨਾ ਕੁ ਫਰਕ ਹੈ ਗੁਰੂ ਜੀ ਦੀ ਸਿੱਖਿਆ ਲਈ ਨਾ ਜੀ। ਬਾਬਾ ਬਿਧੀ ਚੰਦ ਜੀ ਨੇ ਬਾਣੀ ਕਹਿੰਦੀ ਹੈ, ਪਰ ਕਾ ਬੁਰਾ ਨਾ ਰਾਖੋ ਚੀਤ। ਹਾਂਜੀ, ਬੁਰਾ ਹੀ ਕਰ ਦੇਣਾ, ਕਿਸੇ ਨਾਲ ਧੋਖਾ ਹੀ ਕਰੀ ਜਾਣਾ ਨਹੀਂ। ਕਿਸੇ ਨਾਲ ਬੁਰਾ ਤੇ ਨਾ ਕਰੋ, ਧੋਖਾ ਤੇ ਨਾ ਕਰੋ। ਤੁਮਕੋ ਦੁੱਖ ਨਹੀਂ ਭਾਈ
ਮੀਤ। ਮਹਾਰਾਜ ਕਹਿੰਦੇ ਤੁਹਾਡੇ ਨਾਲ ਵੀ ਬੁਰਾ ਨਹੀਂ ਹੋਏਗਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਵੀ ਇਹ ਬੰਦਾ ਵਧੀਆ ਹੈਗਾ, ਇਮਾਨਦਾਰ ਹੈਗਾ। ਕਿਸੇ ਚੋਰ ਨੇ ਇੱਕ ਸਾਧੂ ਦੇ ਦਰਸ਼ਨ ਕਰ ਲਏ, ਬੰਦਗੀ ਕਰਨ ਵਾਲੇ, ਰੱਬ ਦੇ ਪਿਆਰੇ ਦੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹਨੇ ਉਹਨੂੰ ਕਿਹਾ ਵੀ ਚੋਰੀ ਛੱਡ ਦੇ। ਉਹ ਕਹਿੰਦਾ ਮੈਂ ਨਹੀਂ ਛੱਡ ਸਕਦਾ, ਚੋਰੀ ਮੇਰੇ ਕੋਲੋਂ ਛੁੱਟ ਨਹੀਂ ਸਕਦੀ। ਕਈਆਂ ਦਾ ਸੁਭਾਅ ਹੁੰਦਾ, ਕੋਈ ਮਾੜੀ ਆਦਤ ਪਈ ਹੁੰਦੀ, ਉਹ ਛੁੱਟਦੀ ਨਹੀਂ ਜੀ। ਉਹ ਕੋਸ਼ਿਸ਼ ਵੀ ਕਰੇ ਤਾਂ ਵੀ ਨਹੀਂ ਛੁੱਟਦੀ। ਉਹ ਕਹਿੰਦਾ ਵੀ ਚੋਰੀ ਨਹੀਂ ਮੈਂ ਛੱਡ ਸਕਦਾ। ਹੁਣ ਰੱਬ ਦਾ ਪਿਆਰੇ ਨੇ ਸੋਚਿਆ ਵੀ ਇਹਦਾ ਭਲਾ ਕਰਨਾ, ਕਿਵੇਂ ਕਰੀਏ। ਉਹ ਕਹਿੰਦੇ ਠੀਕ ਹੈ, ਫਿਰ ਝੂਠ ਨਹੀਂ ਬੋਲਣਾ। ਕਹਿੰਦਾ ਇਹ ਠੀਕ ਹੈ। ਪਹਿਲੇ ਸਮੇਂ ਦੇ ਤੇ ਚੋਰਾਂ ਦੇ ਵੀ ਈਮਾਨ ਹੁੰਦੇ ਸੀਗੇ, ਤੇ ਹੁਣ ਦੇ ਧਾਰਮਿਕ ਬੰਦਿਆਂ ਦੇ ਵੀ ਈਮਾਨ ਕੋਈ ਨਹੀਂ ਹੈਗੇ ਜੀ। ਉਹ ਕਹਿੰਦਾ ਵੀ ਠੀਕ ਹੈ, ਮੈਂ ਝੂਠ ਨਹੀਂ ਬੋਲਾਂਗਾ। ਉਹ ਰਾਤ ਨੂੰ ਚੋਰੀ ਕਰਨ ਚੱਲਾ, ਤੇ ਉਸ ਰਾਜ ਦਾ ਜਿਹੜਾ ਰਾਜਾ ਸੀ ਨਾ ਜੀ, ਉਸ ਰਾਜ ਦਾ ਰਾਜਾ, ਉਹ ਆਮ ਬੰਦਾ ਬਣ ਕੇ ਤੁਰਿਆ ਫਿਰਨ ਦਿਆ ਸੀ ਪਤਾ ਕਰਨ ਵਾਸਤੇ ਵੀ ਕਿਹਨੂੰ ਕੋਈ ਦੁੱਖ ਹੈ। ਉਹਨੇ ਵੇਖਿਆ ਵੀ ਇਹ ਬੰਦਾ ਸਾਡੇ ਰਾਜ ਦਾ ਨਹੀਂ ਹੈਗਾ, ਆਮ ਬੰਦਾ ਬਣਿਆ ਸੀ। ਉਹ ਕਹਿੰਦਾ ਤੂੰ ਕੌਣ ਹੈ? ਉਹ ਕਹਿੰਦਾ ਮੈਂ ਚੋਰ ਹਾਂ, ਝੂਠ ਨਹੀਂ ਨਾ ਬੋਲਣਾ। ਉਹ ਰਾਜਾ ਬੜਾ ਹੈਰਾਨ ਹੋਇਆ ਵੀ ਇਹ ਪੈਂਦੇ ਸੱਟੇ ਹੀ ਆਪਣੇ ਆਪ ਨੂੰ ਚੋਰ ਆਖੀ ਜਾਂਦਾ। ਉਹ ਕਹਿੰਦਾ ਅੱਛਾ ਜੇ ਤੂੰ ਚੋਰ ਹੈ ਤੇ ਮੈਂ ਵੀ ਚੋਰ ਹਾਂ, ਰਾਜੇ ਨੇ ਕਹਿਤਾ। ਤਾਂ ਉਹ ਬੜਾ ਖੁਸ਼ ਹੋਇਆ, ਕਹਿੰਦਾ ਵਾਹ ਵਾਹ ਵਾਹ, ਅੱਜ ਤੇ ਸੰਤਾਂ ਦੀ ਸੰਗਤ ਕੀਤੀ ਸੀ ਤੇ ਪਹਿਲੇ ਦਿਨ ਹੀ ਸਾਥੀ ਲੱਭ ਗਿਆ ਹੀ, ਨਾਲ ਦਾ ਚੋਰ ਲੱਭ ਗਿਆ। ਉਹ ਕਹਿੰਦਾ ਫਿਰ ਰਲ ਕੇ ਚੋਰੀ ਕਰਦੇ ਆ। ਕਹਿੰਦਾ ਠੀਕ ਹੈ। ਕਹਿੰਦਾ ਰਲ ਕੇ ਚੋਰੀ ਕਰਨੀ ਹੈ ਤੇ ਦਸਤੂਰ ਇਹ ਰੱਖਣਾ ਵੀ ਨਾ ਤੂੰ ਮੇਰਾ ਨਾਮ ਪੁੱਛਣਾ ਤੇ ਨਾ ਮੈਂ ਤੇਰਾ ਪੁੱਛਾਂਗਾ। ਚੋਰੀ ਕਰਕੇ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ, ਕਿਉਂ ਬਾਅਦ ਚੋਂ ਭੇਦ ਨਾ ਕੋਈ ਖੋਲੇ। ਉਹ ਕਹਿੰਦਾ ਠੀਕ ਹੈ। ਤੇ ਚੋਰ ਜਿਹੜਾ ਪਹਿਲਾ ਸੀ ਨਾ ਜਿਹਨੇ ਸੰਗਤ ਕੀਤੀ ਸੀ, ਉਹ ਕਹਿੰਦਾ ਦੱਸ ਚੋਰੀ ਕਿੱਥੇ ਕਰਨੀ ਓ। ਤੇ ਰਾਜਾ ਕਹਿਣ ਲੱਗਾ ਵੀ ਚੱਲ ਤੈਨੂੰ ਛੋਟੀਆਂ ਚੋਰੀਆਂ ਕੀ ਕਰਾਉਣੀਆਂ, ਅੱਜ ਵੱਡੀ ਚੋਰੀ ਕਰਦੇ। ਰਾਜੇ ਦੇ ਤੋਸ਼ੇਖਾਨੇ ਦਾ ਮੈਨੂੰ ਸਾਰਾ ਭੇਦ ਹੈਗਾ, ਉੱਥੇ ਚੱਲਦੇ ਆ। ਉਹ ਕਹਿੰਦਾ ਠੀਕ ਹੈ। ਤੋਸ਼ੇਖਾਨੇ ਹੁਣ ਰਾਜੇ ਨੂੰ ਤਾਂ ਸਿਪਾਹੀ ਜਾਣਦੇ ਸੀਗੇ, ਸਭ ਸਿਪਾਹੀ ਆਸੇ ਪਾਸੇ ਹੋ ਗਏ, ਕਿਸੇ ਨੇ ਕਿਹਾ ਕੁਛ ਨਹੀਂ। ਉਹ ਤੋਸ਼ੇਖਾਨੇ ਵਿੱਚ ਲੈ ਗਿਆ ਤਾਂ ਉੱਥੇ ਲਾਲ ਪਏ ਸੀਗੇ 7 ਜੀ। ਉਹ ਕਹਿੰਦਾ ਮੈਂ ਬਾਹਰ ਖਲੋਣਾ, ਤੂੰ ਅੰਦਰ ਜਾ ਕੇ ਚੋਰੀ ਕਰ ਲਿਆ। 7 ਲਾਲ ਪਏ। ਉਹਨੇ ਕਿਹਾ ਵੀ ਵੰਡ ਠੀਕ ਨਹੀਂ ਹੋਣੀ, ਵੰਡ ਠੀਕ ਨਹੀਂ ਹੋਣੀ। ਉਹਨੇ 4 ਲਾਲ ਚੁੱਕ ਲਏ ਜੀ, 4 ਲਾਲ ਚੁੱਕ ਲਏ ਵੀ 2 ਮੈਂ ਆਪ ਲੈ ਲਾਂਗਾ ਤੇ 2 ਉਹਨੂੰ ਦੇ ਦਾਂਗਾ। ਲਾਲਾਂ ਦਾ ਬੜਾ ਵੱਡਾ ਮੁੱਲ ਸੀਗਾ। ਆ ਗਿਆ ਜੀ ਉਹਨੇ 2 ਲਾਲ ਰਾਜੇ ਨੂੰ ਦੇ ਤੇ 2 ਆਪ ਰੱਖ ਲਏ। ਕਹਿੰਦਾ ਹੁਣ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ। ਚੋਰੀ ਹੋ ਗਈ ਅੱਜ ਦੀ। ਰਾਜੇ ਨੇ ਭੇਸ ਬਦਲਿਆ ਤੇ ਸਿਪਾਹੀਆਂ ਨੂੰ ਹੁਕਮ ਕਰਤਾ ਵੀ ਪਿੰਡ ਵਿੱਚੋਂ, ਰਾਜ ਵਿੱਚੋਂ ਬੰਦਾ ਕੋਈ ਨਾ ਬਾਹਰ ਜਾਵੇ। ਤੇ ਉਹਨਾਂ ਨੇ ਲੋਕ ਫੜ ਲਏ। ਰਾਜੇ ਨੇ ਕਿਹਾ ਵੀ ਸਾਰਿਆਂ ਨੂੰ ਪੁੱਛਿਆ, ਦਿਨੇ ਦਰਬਾਰ ਲਾਇਆ, ਚੋਰ ਕੌਣ ਹੈ, ਚੋਰ ਕੌਣ ਹੈ, ਚੋਰ ਕੌਣ ਹੈ। ਜਦੋਂ ਉਹਦੀ ਵਾਰੀ ਆਈ ਨਾ ਵੀ ਚੋਰ ਤੂੰ ਹੈ, ਉਹਨੂੰ ਸੰਤਾਂ ਕਿਹਾ ਸੀ ਵੀ ਝੂਠ ਨਹੀਂ ਬੋਲਣਾ, ਜੋ ਮਰਜ਼ੀ ਹੋ ਜਾਏ। ਉਹ ਕਹਿੰਦਾ ਮੈਂ ਹੀ ਹਾਂ। ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਬੰਦਾ ਇਹ ਬਿਲਕੁਲ ਠੀਕ ਹੈਗਾ, ਵੀ ਰਾਤ ਵੀ ਇਹਨੇ ਸੱਚ ਬੋਲਿਆ ਤੇ ਹੁਣ ਵੀ ਸੱਚ ਬੋਲ ਰਿਹਾ। ਉਹ ਕਹਿੰਦਾ ਮੈਂ ਹੀ ਹਾਂ ਚੋਰ, ਦੱਸੋ ਕੀ ਕੰਮ ਹੈ। ਕਹਿਣ ਲੱਗਾ ਵੀ ਕਿੰਨੇ ਲਾਲ ਚੁੱਕੇ, ਵੀ ਲਾਲ ਚੋਰੀ ਹੋਏ ਆ। ਉਹ ਕਹਿਣ ਲੱਗਾ ਵੀ ਮੈਂ 4 ਲਾਲ ਚੋਰੀ ਕੀਤੇ ਆ, 2 ਮੈਂ ਆਪਣੇ ਸਾਥੀ ਨੂੰ ਦੇ ਤੇ 2 ਮੈਂ ਰੱਖ ਲਏ ਆ। ਉਹਨੇ ਵਜ਼ੀਰ ਨੂੰ ਕਿਹਾ ਰਾਜੇ ਨੇ, ਕਿਉਂ ਰਾਜੇ ਨੇ ਆਪ ਤੇ ਵੇਖਿਆ ਹੀ ਨਹੀਂ ਸੀਗਾ ਜੀ ਅਜੇ ਤੋਸ਼ੇਖਾਨੇ 'ਚ ਜਾ ਕੇ, ਵੀ ਵੇਖ ਕੇ ਆ ਵੀ ਉੱਥੇ ਕਿੰਨੇ ਲਾਲ ਚੋਰੀ ਹੋਏ ਆ। ਵਜ਼ੀਰ ਜਿਹੜਾ ਸੀ ਉਹ ਬੇਈਮਾਨ ਹੋ ਗਿਆ।
ਉਹ ਕਹਿਣ ਲੱਗਾ ਵੀ ਕੰਮ ਸੌਖਾ, ਲਾਲ ਜਿਹੜੇ ਆ ਉਹ ਚੁੱਕੇ ਤੇ 4 ਹੀ ਹੈ, ਪਰ 3 ਉਹਨੇ ਆਪਣੀ ਜੇਬ 'ਚ ਪਾ ਲਏ ਜੀ। ਉਹ ਕਹਿੰਦਾ ਮੰਨ ਤੇ ਗਿਆ ਵਾ, 4 ਮੰਨ ਗਿਆ, 3 ਕੁੱਟ ਮਨਾ ਲਾਂਗੇ, ਵੀ 3 ਵੀ ਤੂੰ ਹੀ ਚੁੱਕੇ ਬੋਲ। ਉਹ ਵਜ਼ੀਰ ਆਇਆ ਕੋਲ, ਵਜ਼ੀਰ ਕਹਿੰਦਾ ਜੀ ਇਹ ਝੂਠ ਬੋਲਦਾ, ਇਹਨੇ 7 ਹੀ ਲਾਲ ਚੁੱਕੇ ਆ। ਤੇ ਰਾਜੇ ਨੂੰ ਵੇਖ ਲਓ, ਵਜ਼ੀਰ ਤੇ ਭਰੋਸਾ ਨਹੀਂ ਸੀ, ਚੋਰ ਤੇ ਹੈਗਾ ਸੀ ਵੀ ਇਹ ਚੋਰ ਨਹੀਂ ਝੂਠ ਬੋਲਦਾ, ਇਹਨੇ ਰਾਤ ਵੀ ਸੱਚ ਬੋਲਿਆ, ਹੁਣ ਵੀ ਸੱਚ ਬੋਲੇਗਾ। ਕਹਿੰਦਾ ਵੀ ਇਹ ਲਾਲ ਤੂੰ 7 ਹੀ ਚੁੱਕੇ ਆ। ਉਹ ਕਹਿੰਦਾ ਜੀ ਨਹੀਂ, 2 ਲਾਲ ਹੁਣ ਵੀ ਮੇਰੀ ਜੇਬ 'ਚ ਹੈ, ਤੇ 2 ਮੈਂ ਸਾਥੀ ਨੂੰ ਦਿੱਤੇ ਆ, ਤੇ ਬਾਕੀ ਉਹ ਵੀ ਚੋਰ ਹੀ। ਉਹ ਕਹਿੰਦਾ ਜੇ ਗੁੱਸਾ ਨਾ ਕਰੋ ਤੇ ਵਜ਼ੀਰ ਦੀ ਜੇਬ ਵੇਖੋ, 3 ਇਹਦੇ ਕੋਲੋਂ ਨਿਕਲੇ, 3 ਉਹਦੇ ਕੋਲੋਂ ਨਿਕਲੇ ਜੀ। ਰਾਜਾ ਕਹਿੰਦਾ ਵੀ ਚੱਲ 3 ਲਾਲ ਆ ਗਏ, 2 ਤੂੰ ਵੀ ਆਪਣੇ ਦੇ ਤੇ। ਕਹਿੰਦਾ ਵੀ 2 ਲਾਲ ਹੋਰ ਮੇਰੇ ਵਾਪਸ ਕਰ, ਤੇਰਾ ਸਾਥੀ ਕਿੱਥੇ ਹੈ ਨਾਲ ਦਾ? ਉਹ ਕਹਿੰਦਾ ਰਾਜੇ ਜਿਹੜਾ ਮੇਰਾ ਸਾਥੀ ਹੈ ਉਹਨੂੰ ਮੈਂ ਉਹਦਾ ਨਾਮ ਨਹੀਂ ਪੁੱਛਿਆ, ਤੇ ਬਾਕੀ ਮੈਨੂੰ ਬਾਕੀ ਗੱਲਾਂ ਤਾਂ ਚੇਤਾ ਨਹੀਂ ਹੈਗੀਆਂ, ਪਰ ਜਿਹੜਾ ਮੇਰਾ ਸਾਥੀ ਸੀ ਨਾ ਰਾਤੀ, ਉਹਦੀ ਆਵਾਜ਼ ਤੇਰੀ ਆਵਾਜ਼ ਨਾਲ ਮਿਲਦੀ ਸੀਗੀ। ਕਹਿੰਦਾ ਅੱਗੋਂ ਤੂੰ ਵੇਖ ਲੈ। ਰਾਜਾ ਖੁਸ਼ ਹੋਇਆ, ਉਹਨੇ ਵਜ਼ੀਰ ਨੂੰ ਕੱਢਤਾ ਬਾਹਰ ਤੇ ਚੋਰ ਨੂੰ ਬਣਾ ਦਿੱਤਾ ਵਜ਼ੀਰ। ਉਹ ਕਹਿੰਦਾ ਇਹ ਬੰਦਾ ਸੱਚ ਹੈਗਾ, ਜੇ ਇਹਨੇ ਥੋੜਾ ਸਮਾਂ ਸੰਗਤ ਕੀਤੀ ਤੇ ਸੁਣਿਆ ਝੂਠ ਨਹੀਂ ਬੋਲਣਾ ਚਾਹੀਦਾ, ਤੇ ਇਹਨੇ ਨਹੀਂ ਬੋਲਿਆ, ਇਹ ਬੰਦਾ ਸੱਚਾ ਹੈਗਾ। ਈਮਾਨ ਹੁੰਦੇ ਆ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਬਾਦਸ਼ਾਹ ਨੇ ਜਦੋਂ ਬਾਬਾ ਬਿਧੀ ਚੰਦ ਜੀ ਦੇ ਮੁਖੋਂ ਸਾਰੀ ਗੱਲ ਸੱਚ ਸੁਣ ਲਈ ਨਾ, ਤੇ ਬਾਦਸ਼ਾਹ ਨੇ ਕੀ ਕੀਤਾ ਜੀ, ਦਿਓ ਛੋਰ ਮਾਨਵ ਸਕਲ ਲੈ ਕਰ ਮੈਂ ਆਇਓ। ਬਾਬਾ ਬਿਧੀ ਚੰਦ ਜੀ ਕਹਿੰਦੇ ਮਾਤਾ ਜੀ ਬਾਦਸ਼ਾਹ ਨੇ ਮੈਨੂੰ ਛੱਡ ਦਿੱਤਾ, ਕਹਿੰਦਾ ਕੱਖ ਨਹੀਂ ਕਹਿਣਾ ਇਹਨੂੰ। ਹਾਂਜੀ, ਇਤਿਆਦਿਕ ਬਹੁ ਬਾਰ ਮੈਂ ਹਿਤ ਪਰ ਉਪਕਾਰਾ। ਇਸ ਕਰਕੇ ਮਾਤਾ ਜੀ ਦੂਜਿਆਂ ਦਾ ਭਲਾ ਕਰਨ ਲਈ ਮੈਂ ਬੜੀ ਵਾਰੀ ਚੋਰੀ ਕੀਤੀ ਹੈ, ਕਹਿੰਦੇ ਦੂਜਿਆਂ ਦਾ ਭਲਾ ਕਰਨ ਲਈ। ਆਨਿਓ ਦਰਬ ਚੁਰਾਏ ਕਰ ਨਹਿ ਅੰਗੀਕਾਰਾ। ਪਰ ਮੈਂ ਕਦੀ ਵੀ ਚੋਰੀ ਕੀਤੀ ਦੇ ਪੈਸੇ ਆਪਣੇ ਉੱਤੇ ਨਹੀਂ ਵਰਤੇ, ਜਿਹਨੂੰ ਕਿਸੇ ਨੂੰ ਲੋੜ ਹੁੰਦੀ ਸੀ ਉਹਦਾ ਭਲਾ ਕਰਨ ਲਈ ਚੋਰੀ ਕਰੀਦੀ ਸੀਗੀ। ਇਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਆਪਣੇ ਹੀ ਕੌਤਕ ਸੁਣਾ ਰਹੇ ਆ ਮਾਤਾ ਜੀ ਨੂੰ। ਆਪਾਂ ਅਗਲੇ ਦਿਨ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ। 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਦਾਸ ਖਿਮਾ ਮੰਗੇਗਾ। ਸਾਰੀ ਸੰਗਤ ਤੁਸੀਂ ਜਿੰਨੇ ਬੈਠੇ ਹੋ ਗੱਜ ਕੇ ਕਹਿ ਦਿਓ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੱਜ ਕੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਬਾਬਾ ਬੇਦੀ ਚੰਦ ਜੀ ਨੇ ਸੁਣਿਆ ਜੀ, ਮਹਾਰਾਜ ਦਾ ਉਪਦੇਸ਼ ਸੁਣਿਆ, ਉਹਨੂੰ ਹਿਰਦੇ 'ਚ ਵਸਾ ਲਿਆ ਜੀ। ਹਾਂਜੀ, ਤੇ ਕਿੰਨਿਆਂ ਦਾ ਭਲਾ ਕੀਤਾ ਜੀ ਬਾਬਾ ਜੀ ਨੇ। ਸੋ ਮਹਾਰਾਜ ਕਿਰਪਾ ਕਰਨ, ਗੁਰੂ ਜੀ ਦੀ ਸੰਗਤ ਕਰਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਇਸ ਸੰਗਤ ਵਿੱਚੋਂ ਗੁਰੂ ਜੀ ਦੇ ਉਪਦੇਸ਼ ਦੇ ਹੀਰੇ ਮੋਤੀ ਚੁਣ ਕੇ ਲੈ ਕੇ ਜਾਣੇ ਹਨ। ਮਹਾਰਾਜ ਦਾ ਉਪਦੇਸ਼ ਪ੍ਰਾਪਤ ਕਰਨਾ ਹੈ ਸਾਧ ਸੰਗਤ ਜੀ। ਉਹ ਹੀਰੇ ਮੋਤੀ ਉਪਦੇਸ਼ ਦੇ ਆਪਣੇ ਘਰ ਨਾਲ ਲੈ ਕੇ ਜਾਣੇ ਹਨ। ਜਦੋਂ ਵੀ ਕੋਈ ਜਾਂਦਾ ਹੈ ਇੱਥੋਂ, ਉਹ ਕਦੀ ਖਾਲੀ ਝੋਲੀ ਲੈ ਕੇ ਨਹੀਂ ਜਾਂਦਾ। ਮਹਾਰਾਜ ਕੁਝ ਨਾ ਕੁਝ ਪਾ ਕੇ ਹੀ ਭੇਜਦੇ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।